ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਹੀ ਹੋਵੇਗੀ। ਇਸ ਚਰਚਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਲੋਕਾਂ ਨੂੰ ਦਿੱਕਤ ਹੋ ਰਹੀ ਹੈ। ਖੈਰ ਮੁੱਖ ਮੰਤਰੀ ਨੇ ਬਹੁਤ ਸਾਰੇ ਨਾਮ ਗਿਣਵਾ ਦਿੱਤੇ ਕਿ ਰਿਸ਼ਵਤ ਦੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਲੋਕ ਇਸ ਸਮੇਂ ਮੁੱਖ ਮੰਤਰੀ ਨੂੰ ਸੁਣ ਰਹੇ ਨੇ ਜਾਂ ਜਿਨ੍ਹਾਂ ਨੇ ਬਿਆਨ ਸੁਣਿਆ ਉਹ ਸਮਝਦੇ ਹੋਣਗੇ ਕਿ ਸੀਐਮ ਨੇ 3-4 ਤਾਂ ਨਾਮ ਦੱਸ ਦਿੱਤੇ। ਔਰ ਇਹ ਸਿਰਫ ਇੱਕ ਡਿਪਾਰਟਮੈਂਟ ਦੇ ਵਿੱਚ ਨਹੀਂ ਹੈ, ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਚਰਚਾ ਕੀਤੀ ਜਾਂਦੀ ਹੈ ਕਿ ਬੈਠੋ ਮੈਂ ਮੁੜ ਕੇ ਆਇਆ। ਇਹ ਵੀ ਇੱਕ ਤਰੀਕਾ ਹੈ ਕਿ ਜੇ ਗੱਲ ਤੁਹਾਡੀ ਨਾ ਪਹੁੰਚ ਰਹੀ ਹੋਵੇ ਪਹੁੰਚਾਉਣ ਦੀ, ਜਾਂ ਬਾਹਰ ਬਿਠਾ ਕੇ 2-3 ਘੰਟੇ ਕਹਿ ਦਿੱਤਾ ਜਾਂਦਾ ਕਿ ਅੱਜ ਤਾਂ ਬਹੁਤ ਕੰਮ ਹੈ ਕੱਲ੍ਹ ਨੂੰ ਆਇਓ, ਜਾਂ ਫਿਰ ਸਵੇਰੇ ਬੁਲਾ ਲਿਓ, ਅੱਛਾ ਤੁਸੀਂ ਸਵੇਰੇ ਆ ਜਾਓ 10 ਵਜੇ ਕੰਮ ਪੱਕਾ ਹੋ ਜਾਏਗਾ। ਇਸ ਤਰੀਕੇ ਦੀਆਂ ਸਾਰੀਆਂ ਗੱਲਾਂ ਸੁਣਦੇ ਰਹਿੰਦੇ ਹੋ ਤੁਸੀਂ ਜਿਹੜੇ ਖਾਸ ਤੌਰ ਤੇ ਸਰਕਾਰੀ ਦਫ਼ਤਰ ਦੇ ਵਿੱਚ ਕੰਮ ਕਰਵਾਉਣ ਜਾਂਦੇ ਆ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਇਸ ਤਰੀਕੇ ਨਾਲ ਹੀ ਕਰਦੇ ਨੇ। ਕਈ ਬਹੁਤ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਨੇ ਤਾਂ ਹੀ ਪੂਰਾ ਸਿਸਟਮ ਚੱਲ ਰਿਹਾ ਹੈ। ਕਿ ਅੱਜ ਅਸੀਂ ਚਰਚਾ 2 ਮੁੱਦਿਆਂ ਦੇ ਉੱਤੇ ਕਰਾਂਗੇ। ਇੱਕ ਤਾਂ ਭ੍ਰਿਸ਼ਟਾਚਾਰ ਦਾ ਜ਼ਿਕਰ ਹੋ ਰਿਹਾ ਹੈ ਤੇ ਦੂਜੇ ਪਾਸੇ ਕਿ ਵਾਕਈ ਇਹ ਹੁਣ ਮੁੱਦਾ ਸੁਲਝ ਗਿਆ ਹੈ ਬਿਨਾਂ ਗੱਲਬਾਤ ਤੋਂ ਹੀ, ਕਿ ਵਾਕਈ ਪਟਵਾਰੀਆਂ ਨੇ ਜੋ ਕਿਹਾ ਸੀ ਜਾਂ ਜੋ ਮੰਗ ਸੀ ਉਹ ਮੰਨ ਲਈ ਗਈ, ਕਿ ਹੁਣ ਉਹ ਜੋ ਤਲਖੀ ਹੈ ਖਤਮ ਹੋ ਗਈ। ਅੱਜ ਚਰਚਾ ਇਸ ਦੇ ਉੱਤੇ ਹੋਏਗੀ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਐਡਵੋਕੇਟ ਬਿਕਰਮਜੀਤ ਪਾਸੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਪਾਸੀ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਬਲਰਾਜ ਔਜਲਾ ਜੀ ਜੁੜ ਰਹੇ ਨੇ, ਦ ਰੈਵਨਿਊ ਪਟਵਾਰ ਯੂਨੀਅਨ ਨੂੰ ਰਿਪਰੈਜ਼ੈਂਟ ਕਰਨਗੇ। ਔਜਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਤੇ ਸਾਡੇ ਨਾਲ ਸੀਨੀਅਰ ਜਰਨਲਿਸਟ ਬਲਜੀਤ ਬੱਲੀ ਜੀ ਵੀ ਜੁੜ ਰਹੇ ਨੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਨਿਊਜ਼ 18 ਪੰਜਾਬ ਦੇ ਉੱਤੇ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਹਾਂ ਬਲਰਾਜ ਔਜਲਾ ਜੀ ਤੋਂ, ਪਟਵਾਰ ਯੂਨੀਅਨ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਔਜਲਾ ਸਾਹਿਬ, ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ, ਸੁਲਝ ਗਿਆ ਮਸਲਾ। ਦੇਖੋ ਜਿਹੜੀਆਂ ਮੁੱਖ ਮੰਗਾਂ ਸੀ ਉਹਨਾਂ ਦੇ ਵਿੱਚੋਂ ਕੀ ਸੀ ਕਿ ਜਿਹੜਾ ਨਵੇਂ ਭਰਤੀ ਕਰੋ, ਜਿਹੜੇ ਟ੍ਰੇਨੀ ਨੇ ਉਹਨਾਂ ਦਾ ਭੱਤਾ ਵਧਾ ਦਿਓ, ਉਹਨਾਂ ਨੂੰ ਨਿਯੁਕਤੀ ਪੱਤਰ ਵੰਡੋ, ਤਾਂ ਉਸ ਲੀਹਾਂ ਦੇ ਉੱਤੇ ਤਾਂ ਸਰਕਾਰ ਤੁਰ ਪਈ। ਗੱਲਬਾਤ ਹੁਣ ਸਿਰੇ ਲੱਗ ਗਈ ਜਾਂ ਅਜੇ ਵੀ ਕੋਈ ਕਸਰ ਬਾਕੀ ਹੈ? ਹਾਂਜੀ, ਸ਼ੁਕਰੀਆ ਜੀ, ਤੁਹਾਡੇ ਮਾਧਿਅਮ ਦੇ ਜ਼ਰੀਏ ਗੱਲਬਾਤ ਰੱਖਣ ਦਾ ਮੌਕਾ ਮਿਲਿਆ ਜੀ। ਪਹਿਲਾਂ ਤਾਂ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਪੰਜਾਬ ਦੇ ਸਾਰੇ ਲੋਕਾਂ ਦਾ, ਆਵਾਮ ਦਾ, ਖਾਸ ਤੌਰ ਤੇ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਚਲੋ ਅੱਜ ਘੱਟੋ ਘੱਟ ਇੰਨਾ ਪਤਾ ਲੱਗ ਗਿਆ ਕਿ ਪਟਵਾਰੀਆਂ ਦੀ ਤਨਖਾਹ 1.5 ਲੱਖ ਨਹੀਂ 5,000 ਹੀ ਆ। ਨਹੀਂ ਤਾਂ ਜਿਸ ਤਰ੍ਹਾਂ ਦਾ ਪਿਛਲੇ ਦਿਨਾਂ ਦੇ ਵਿੱਚੋਂ ਸਾਡੀ ਜਮਾਤ ਨੂੰ, ਪੂਰੇ ਪਟਵਾਰੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ 1.5 ਲੱਖ ਤਨਖਾਹਾਂ ਨੇ, ਇਹ ਤਾਂ ਖੁਦ ਤੁਸੀਂ ਹੁਣ ਗਵਾਹ ਇਸ ਚੀਜ਼ ਦੇ। ਅੱਜ ਸੀਐਮ ਸਾਹਿਬ ਨੇ ਖੁਦ ਕਿਹਾ ਕਿ 5,000 ਤੋਂ ਵਧਾ ਕੇ ਅਸੀਂ 18,000 ਕਰਤਾ। ਜਿਹੜੀ ਗੱਲ ਰਹੀ ਹੁਣ 18,000 ਕਰਨ ਵਾਲੀ, ਭੱਤੇ ਵਧਾਉਣ ਵਾਲੀ ਜੀ, ਦੇਖੋ ਇਹੋ ਜਿਹਾ ਬਿਆਨ ਹੀ ਪਿਛਲੇ ਸਾਲ ਜੁਲਾਈ 2022 ਦੇ ਵਿੱਚ ਸੀਐਮ ਸਾਹਿਬ ਨੇ ਚੰਡੀਗੜ੍ਹ ਵਿਖੇ ਹੀ ਦਿੱਤਾ ਸੀ। ਜਿਹੜੇ 1090 ਪਟਵਾਰੀਆਂ ਨੂੰ ਜੁਆਇਨਿੰਗ ਪੱਤਰ ਦੇਣ ਵਕਤ ਇਸੇ ਤਰ੍ਹਾਂ ਦਾ ਹੀ ਫੰਕਸ਼ਨ ਕੀਤਾ ਗਿਆ ਸੀ ਤੇ ਉਦੋਂ ਕਿਹਾ ਗਿਆ ਸੀ ਤੁਹਾਡੀ ਟ੍ਰੇਨਿੰਗ ਸਰਵਿਸ ਦਾ ਹਿੱਸਾ ਹੋਊਗੀ। ਟ੍ਰੇਨਿੰਗ 1.5 ਸਾਲ ਤੋਂ ਘਟਾ ਕੇ 1 ਸਾਲ ਕੀਤੀ ਜਾਊਗੀ ਤੇ ਟ੍ਰੇਨਿੰਗ ਦੇ ਦੌਰਾਨ ਤੁਹਾਨੂੰ ਬੇਸਿਕ ਸੈਲਰੀ ਜਿਹੜੀ ਕਿ 19,900 ਬਣਦੀ ਆ ਜੀ, ਉਹ ਦਿੱਤੀ ਜਾਊਗੀ। ਠੀਕ ਹੈ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਉਹ ਲਾਗੂ ਹੋ ਚੁੱਕਿਆ ਜਾਂ ਜਿਸ ਤਰ੍ਹਾਂ ਉਹ ਵੀ ਹਵਾਈ ਇੱਕ ਤਰ੍ਹਾਂ ਨਾਲ ਉਹ ਬਿਆਨਾਂ ਦੇ ਵਿੱਚ ਹੀ ਰਹਿ ਗਿਆ? ਪਿਛਲੇ ਵਾਲਾ ਬਿਆਨ 18,000 ਭੱਤਿਆਂ ਵਾਲਾ, ਇਹ ਹੁਣ ਲਾਗੂ ਹੋ ਜਾਊਗਾ? ਕਹਿ ਰਹੇ ਨੇ ਤੁਹਾਨੂੰ ਤੁਸੀਂ ਕੱਲ ਤੋਂ ਟ੍ਰੇਨਿੰਗ ਤੇ ਆਓ, ਕਾਗਜ਼ੀ ਕਾਰਵਾਈ ਹੁੰਦੀ ਰਹੇ। ਠੀਕ ਹੈ। ਕੀ ਕਾਗਜ਼ੀ ਕਾਰਵਾਈ ਹੋਈ ਤੋਂ ਨਹੀਂ ਇਹ ਐਲਾਨ ਹੋ ਗਿਆ? ਬਲਰਾਜ ਜੀ, ਥੋੜੀ ਤੁਹਾਡੀ ਨਾਲ ਆਵਾਜ਼ ਕੱਟ ਕੇ ਆ ਰਹੀ ਹੈ, ਇਸ ਕਰਕੇ ਸ਼ਾਇਦ ਦਰਸ਼ਕਾਂ ਨੂੰ ਸਮਝਣ ਦੇ ਵਿੱਚ ਮੁਸ਼ਕਿਲ ਹੋਵੇ। ਤੁਹਾਡੀ ਪਹਿਲੀ ਗੱਲ ਆ ਚੁੱਕੀ ਹੈ, ਮੈਂ ਉਸ ਦੇ ਉੱਤੇ ਆਪਣੀ ਚਰਚਾ ਨੂੰ ਅੱਗੇ ਵਧਾਉਣਾ ਹੈ। ਅੱਗੇ ਤੁਸੀਂ ਆਪਣੇ ਸਾਰੇ ਪੁਆਇੰਟ ਇਕੱਠੇ ਕਰ ਲਿਓ, ਇੱਕ ਇੱਕ ਕਰਕੇ ਰੱਖਦੇ ਰਹੋ, ਆਪਾਂ ਉਸ ਦੇ ਉੱਤੇ ਚਰਚਾ ਕਰਦੇ ਰਹਾਂਗੇ। ਔਰ ਇਨ ਬਿਟਵੀਨ ਮੇਰੀ ਟੀਮ ਜਿਹੜੀ ਹੈਗੀ ਹੈ ਸਾਡੀ, ਉਹ ਜ਼ਰੂਰ ਦਰੁਸਤ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਕਿ ਤੁਹਾਡੀ ਜਿਹੜੀ ਆਵਾਜ਼ ਹੈ ਕਲੀਅਰ ਦਰਸ਼ਕਾਂ ਤੱਕ ਪਹੁੰਚੇ। ਪਾਸੀ ਸਾਹਿਬ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਣੀ ਹੈ। ਹੁਣ ਪੁਆਇੰਟ ਇਹ ਹੈ ਕਿ ਠੀਕ ਹੈ, ਚੰਗਾ ਲੱਗ ਰਿਹਾ ਸੁਣਨ ਨੂੰ ਕਿ 5,000 ਦੀ ਥਾਂ 18,000, ਵਧੀਆ ਲੱਗ ਰਿਹਾ ਕਿ 710 ਨੂੰ ਨਿਯੁਕਤੀ ਪੱਤਰ, ਨੌਜਵਾਨਾਂ ਨੂੰ ਨੌਕਰੀ ਮਿਲੇ, ਹੋਰ ਕੀ ਚਾਹੀਦਾ। ਪਰ ਉਹ ਦਾਅਵਾ ਕਰ ਰਹੇ ਨੇ ਕਿ ਇਸ ਤੋਂ ਪਹਿਲਾਂ ਵੀ ਇਹ ਹੋ ਚੁੱਕਿਆ, ਇਸ ਤੋਂ ਪਹਿਲਾਂ ਵੀ ਐਲਾਨ ਹੋ ਚੁੱਕਿਆ, ਪਰ ਇੰਪਲੀਮੈਂਟ ਨਹੀਂ ਹੋਇਆ। ਹੁਣ ਇੰਪਲੀਮੈਂਟ ਕਰ ਦੇਵੋਗੇ? ਕਦੋਂ ਤੋਂ ਹੋ ਜਾਏਗਾ? ਗੌਰਵ ਜੀ, ਦੇਖੋ ਤੁਹਾਨੂੰ ਵੀ ਸਾਰਿਆਂ ਨੂੰ ਨਮਸਕਾਰ, ਤੁਸੀਂ ਧੰਨਵਾਦ ਮੌਕਾ ਦਿੱਤਾ। ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਜਿਹੜਾ ਭਗਵੰਤ ਮਾਨ ਜੀ ਨੇ ਅੱਜ ਐਲਾਨ ਕੀਤਾ ਉਹ ਇੰਪਲੀਮੈਂਟ ਹੋ ਰਿਹਾ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਸ਼ੰਕੇ ਜਿੰਨੇ ਮਰਜ਼ੀ ਆਪਾਂ ਮਨਾਂ 'ਚ ਪਾ ਲਓ ਜਾਂ ਲੋਕਾਂ 'ਚ ਪੈਦਾ ਕਰ ਦਿਓ, ਉਹਦੇ ਨਾਲ ਕੋਈ ਉਹ ਨਹੀਂ ਹੁੰਦਾ, ਹੱਲ ਨਹੀਂ ਨਿਕਲਦਾ। ਅਸੀਂ ਪਟਵਾਰ, ਸਾਡੇ ਜਿਹੜੇ ਪਟਵਾਰੀ ਹੈ ਜਾਂ ਕਾਨੂੰਗੋ ਹੈ, ਉਹ ਵੀ ਸਾਡੇ ਭਰਾ ਹੈ, ਉਹਨਾਂ ਨੂੰ ਬੇਨਤੀ ਇਹੀ ਸੀ ਕਿ ਜਿਹੜਾ ਇਹ ਸਮਾਂ ਹੈ ਪੰਜਾਬ ਦਾ, ਇਹ ਸਮਾਂ ਹੜਤਾਲ ਕਰਨ ਦਾ ਨਹੀਂ ਹੈ, ਇਹ ਸਮਾਂ ਪੰਜਾਬ ਦੇ ਨਾਲ, ਕਿਸਾਨਾਂ ਦੇ ਨਾਲ ਖੜਨ ਦਾ ਹੈ। ਉਹ ਜਿਹੜਾ ਸਰਕਾਰ ਨੇ 360% ਦਾ ਵਾਅਦਾ ਕੀਤਾ, 5,000 ਤੋਂ 18,000 ਭੱਤਾ, ਤਨਖਾਹ ਨਹੀਂ।
ਜਦੋਂ ਇਹ ਟ੍ਰੇਨਿੰਗ ਹੈ, ਟ੍ਰੇਨਿੰਗ ਦੇ ਦੌਰਾਨ ਜਿਹੜਾ ਭੱਤਾ ਪਹਿਲੀਆਂ ਸਰਕਾਰਾਂ ਸਮੇਂ 5000 ਮਿਲਦਾ ਜਾ ਰਿਹਾ ਸੀ, ਉਹਨੂੰ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਨੇ 18000 ਕੀਤਾ। 360% ਦਾ ਵਾਧਾ। ਅੱਜ ਤੋਂ ਪਹਿਲਾਂ ਮੈਨੂੰ ਇਹ ਦੱਸ ਦੇਣ ਕਿ ਪਟਵਾਰੀਆਂ ਦੇ ਸਟੈਫੈਂਡ ਦੇ ਵਿੱਚ ਭੱਤੇ ਦੇ ਵਿੱਚ ਕਦੇ ਐਡਾ ਵੱਡਾ ਵਾਧਾ ਅੱਜ ਤੋਂ ਪਹਿਲਾਂ ਕਦੇ ਪੰਜਾਬ ਦੇ ਵਿੱਚ ਹੋਇਆ ਹੋਵੇ? ਕਹਿੰਦੇ 19900 ਦੇਣ ਦਾ ਐਲਾਨ ਕੀਤਾ ਗਿਆ ਸੀ 1 ਸਾਲ ਪਹਿਲਾਂ। ਉਹ ਜਿਹੜਾ 19900 ਰੁਪਏ ਦਾ ਕਿਹਾ ਸੀ ਕਿ ਸਾਡਾ ਮਕਸਦ ਹੈ ਇਹਨਾਂ ਨੂੰ 19900 ਤੱਕ ਦੇਣਾ। ਲੇਕਿਨ ਇਹ ਤੁਸੀਂ ਵੀ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਉਂ-ਜਿਉਂ ਖਜ਼ਾਨੇ ਦੀ ਸਾਹ ਆਂਦਾ ਜਾ ਰਿਹਾ, ਲਗਾਤਾਰ ਸਹੂਲਤਾਂ ਦਿੱਤੀਆਂ ਜਾ ਰਹੀਆਂ। 34,000 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ, ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ। ਔਰ ਹੁਣ ਵੀ ਜਿਹੜਾ ਭੱਤਾ ਅਸੀਂ, ਇਹ ਤਾਂ ਹੈ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਉਹਨਾਂ ਨੇ ਪਹਿਲਾਂ ਇਹਨਾਂ ਦਾ ਕੋਈ ਭੱਤਾ 20 ਜਾਂ 50000 ਸੀ, ਅਸੀਂ ਘਟਾ ਕੇ 5000 ਕਰਤਾ ਸੀ। ਇਹ ਤਾਂ ਪਹਿਲਾਂ ਤੋਂ 5000 ਸੀ, ਅੱਜ 18000 ਹੋਇਆ। ਪਹਿਲੀ ਚੀਜ਼ ਇਹ ਤਨਖਾਹ ਔਰ ਭੱਤੇ 'ਚ ਫਰਕ ਦੱਸਦਾ। ਜਦੋਂ ਸਰਕਾਰ ਪਟਵਾਰੀਆਂ ਨੂੰ ਜਿਹੜਾ ਹੈ ਟ੍ਰੇਨਿੰਗ ਦਿੰਦੀ ਆ, ਉਸ ਤੇ ਵੀ ਖਰਚਾ ਹੁੰਦਾ। ਜਦੋਂ ਤੁਸੀਂ ਪ੍ਰਾਈਵੇਟ ਕੋਈ ਟ੍ਰੇਨਿੰਗ ਲੈਂਦੇ ਹੋ, ਤੁਹਾਨੂੰ ਪੱਲੇ ਤੋਂ ਦੇਣਾ ਪੈਂਦਾ। ਲੇਕਿਨ ਸਰਕਾਰ ਨੇ ਇਸ ਚੀਜ਼ ਨੂੰ ਸਮਝਿਆ ਕਿ ਹਾਂ ਇਹ 5000 ਘੱਟ ਹੈ, ਤਾਂ ਹੀ ਅੱਜ ਮਾਨ ਸਾਹਿਬ ਨੇ ਐਲਾਨ ਕੀਤਾ। ਪਹਿਲੀ ਚੀਜ਼। ਦੂਸਰੀ ਚੀਜ਼, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਪਟਵਾਰੀ ਗਲਤ ਹੋਣਗੇ, ਮੈਂ ਇਹ ਨਹੀਂ ਕਹਿੰਦਾ ਸਾਰੇ ਸਹੀ ਹੋਣਗੇ, ਮੈਂ ਇਸ ਕੁਐਸਚਨ ਤੇ ਨਹੀਂ ਜਾਂਦਾ। ਠੀਕ ਹੈ, ਐਕਸੈਪਸ਼ਨਸ ਆਰ ਐਵਰੀਵੇਅਰ, ਪੰਜੋ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਪਰੰਤੂ ਜੋ ਮਾਨ ਸਾਹਿਬ ਨੇ ਗੱਲਾਂ ਕਹੀਆਂ ਜਿਨ੍ਹਾਂ ਤੇ ਇਹਨਾਂ ਨੇ ਕਟਾਕਸ਼ ਕੀਤਾ, ਸਾਡੇ ਬਲਰਾਜ ਔਜਲਾ ਜੀ ਨੇ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਬਹੁਤ ਸੇ ਇਦਾਂ ਦੇ ਕੇਸ ਆਏ ਆ, ਕੋਈ ਪਟਵਾਰੀ ਮੂੰਹ 'ਚ ਪੈਸੇ ਵੀ ਪਾ ਲੇ, ਕਈਆਂ ਕੋਲੇ 55 ਪ੍ਰਾਪਰਟੀਆਂ ਵੀ ਨਿਕਲੀਆਂ, ਪਰ ਸਾਰੀਆਂ ਉਂਗਲਾਂ ਬਰਾਬਰ ਨਹੀਂ ਹੈ। ਕਈਆਂ ਨੇ ਜਦੋਂ ਕੋਵਿਡ ਦੇ ਟਾਈਮ ਇਨਾਮ ਵੀ ਮਿਲਿਆ, ਇਹਨਾਂ ਨੇ ਅੱਛਾ ਕੰਮ ਵੀ ਕਰਿਆ। ਇਹ ਜਿਹੜਾ ਸਮਾਂ ਸੀਗਾ ਜਦੋਂ ਪਾਣੀ ਦੀ ਲਗਾਤਾਰ ਪ੍ਰੋਬਲਮ ਆ ਰਹੀ ਸੀ, ਜੁਲਾਈ ਦੇ ਵਿੱਚ 2 ਵਾਰ ਪਾਣੀ ਆਇਆ, 15 ਅਗਸਤ ਤੋਂ ਬਾਅਦ ਫਿਰ ਪਾਣੀ ਆਇਆ। ਠੀਕ ਹੈ, ਇਹ ਸਮਾਂ ਪਾਸੇ ਸਾਹਿਬ ਦੇਖੋ, ਇੱਕ ਹੋਰ ਗੱਲ ਹੈ ਨਾ ਕਿ ਬਾਕੀ ਜੇਕਰ ਇਸ ਤਰੀਕੇ ਦੇ ਹਾਲਾਤ ਸੀਗੇ ਤਾਂ ਫਿਰ ਇਹ ਪੂਰਾ ਮਾਮਲਾ ਇਸ ਸਮੇਂ ਆਮ ਲੋਕਾਂ ਨੂੰ ਕੀ ਸਮਝ ਆ ਰਿਹਾ ਹੈ? ਇਹ ਆਮ ਲੋਕਾਂ ਨੂੰ ਇਹ ਸਮਝ ਆ ਰਿਹਾ ਕਿ ਪਟਵਾਰੀਆਂ ਨੇ ਸਟ੍ਰਾਈਕ ਕੀਤੀ ਜਾਂ ਐਡੀਸ਼ਨਲ ਸਰਕਲਾਂ ਦਾ ਕੰਮ ਛੱਡਿਆ, ਉਸ ਤੋਂ ਬਾਅਦ ਸਰਕਾਰ ਨੇ ਫੌਰੀ ਤੌਰ ਤੇ ਨਿਯੁਕਤੀ ਪੱਤਰ ਵੰਡ ਦਿੱਤੇ। ਹੁਣ ਮਤਲਬ ਇਹ ਹੈ ਕਿ ਜੇਕਰ ਉਹ ਸਟ੍ਰਾਈਕ ਤੇ ਨਾ ਜਾਂਦੇ, ਜੇਕਰ ਐਡੀਸ਼ਨਲ ਕੰਮ ਕਰਦੇ ਰਹਿੰਦੇ ਤਾਂ ਸ਼ਾਇਦ ਨਿਯੁਕਤੀ ਪੱਤਰ ਨਾ ਵੰਡੇ ਜਾਂਦੇ, ਤਾਂ ਸ਼ਾਇਦ ਹੋਰ 2-4 ਮਹੀਨੇ ਡਿਲੇ ਹੋ ਜਾਂਦਾ। ਇਹ ਵੀ ਇੱਕ ਮਤਲਬ ਨਿਕਲਦਾ ਨਾ ਇਸ ਪੂਰੀ ਚਾਰਾਜੋਈ। ਸਰਕਾਰ ਨੇ ਆਪਣੀ ਮਨਸ਼ਾ ਜ਼ਾਹਰ ਕਰਤੀ ਸੀ। ਅੱਜ ਵੀ ਸਰਕਾਰ ਨੇ ਅਗਰ 710 ਨਿਯੁਕਤੀ ਪੱਤਰ ਦਿੱਤੇ ਹੈ ਤਾਂ ਇਹ ਵੀ ਤੁਸੀਂ ਯਾਦ ਹੋਏਗਾ, ਪਿਛਲੇ ਸਾਲ ਵੀ ਸਰਕਾਰ ਨੇ ਜਿਹੜੇ 741 ਜਿਹੜੇ ਟ੍ਰੇਨੀ ਸੀਗੇ, ਉਹਨਾਂ ਦਾ ਸਮਾਂ ਵੀ ਟ੍ਰੇਨਿੰਗ ਦਾ ਘਟਾਉਣ ਦੀ ਗੱਲ ਹੋਈ ਸੀ, ਪਰ ਉਹ ਚੈਲੰਜ ਹੋ ਗਈ ਸੀ। 18 ਮਹੀਨੇ ਦੀ ਉਹਨਾਂ ਦੀ ਟ੍ਰੇਨਿੰਗ ਕੰਪਲੀਟ ਹੋ ਕੇ ਉਹਨਾਂ ਨੂੰ ਵੀ ਫੀਲਡ ਤੇ ਲਿਆਂਦਾ ਜਾ ਰਿਹਾ ਹੈ। ਔਰ ਸਰਕਾਰ ਨੇ ਇਹ ਵੀ ਕਿਹਾ ਕਿ 586 ਨਵੇਂ ਜਿਹੜੇ ਹੈ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ। ਪਰ ਇੱਕ ਚੀਜ਼ ਇੱਥੇ ਜਿਹੜੀ ਹੈ, ਕਿਆ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੀ ਇਹਨਾਂ ਨੂੰ ਸਰਕਲ ਵੱਧ ਦਿੱਤੇ ਗਏ? ਕਿਆ ਪਹਿਲਾਂ ਪਟਵਾਰੀਆਂ ਦਾ ਸਰਕਲ ਪੂਰੇ ਸੀਗੇ, ਪਟਵਾਰੀ ਪੂਰੇ ਸੀਗੇ ਔਰ ਆਮ ਆਦਮੀ ਪਾਰਟੀ ਨੇ ਕੋਈ ਪਟਵਾਰੀ ਘਰੇ ਭੇਜਦੇ? ਨਹੀਂ। 2004 ਤੋਂ ਬਾਅਦ ਜਿਹੜਾ ਪਟਵਾਰੀਆਂ ਦੀ ਲਗਾਤਾਰ ਰਿਟਾਇਰਮੈਂਟ ਹੁੰਦੀ ਰਹੀ ਹੈ, ਲੇਕਿਨ ਭਰਤੀਆਂ ਨਹੀਂ ਹੋਈਆਂ। 2021 ਜਨਵਰੀ ਦੇ ਵਿੱਚ ਫਿਰ ਭਰਤੀਆਂ ਦਾ ਜਿਹੜਾ ਨਿਕਲੀ ਸੀ, ਔਰ ਉਹ ਵੀ ਜਿਹੜੀ ਹੈ ਹੁਣ ਟ੍ਰੇਨਿੰਗ ਚੱਲ ਰਹੀ ਹੈ, ਉਹ ਅਸੀਂ ਜਿਹੜਾ ਫੀਲਡ ਤੇ ਲੈ ਕੇ ਆ ਰਹੇ ਹਾਂ, ਜਿਹੜੇ 741 ਹੈ। ਲੇਕਿਨ ਇਹ ਜਿਹੜੀ ਕਦੋਂ ਕਮੀ ਹੋਈ ਹੈ? ਪਹਿਲਾਂ ਵੀ ਤਾਂ ਇਹ ਜਿਹੜਾ ਹੈ 2004 ਤੋਂ ਚੱਲਿਆ ਆ ਰਿਹਾ ਸੀ। ਤੁਸੀਂ ਅੰਕੜਾ ਕਹੋਗੇ, ਮੈਂ ਈਅਰ ਵਾਈਜ਼ ਅੰਕੜਾ ਵੀ ਦੱਸ ਸਕਦਾ। ਲੇਕਿਨ ਸਾਡੀ ਸਰਕਾਰ ਨੇ ਤਾਂ ਸੁਹਿਰਦਤਾ ਦਿਖਾਈ ਹੈ, ਲਗਾਤਾਰ ਰੁਜ਼ਗਾਰ ਦੀ ਗੱਲ ਕੀਤੀ ਹੈ। ਅਗਰ ਮੈਂ ਕਹਿ ਰਿਹਾ ਕਿ ਇੱਕ ਬੰਦਾ ਕੰਮ ਕਰ ਰਿਹਾ ਹੈ, ਇੱਕ ਸਰਕਾਰ ਲੋਕਾਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਵੱਧ ਤੋਂ ਵੱਧ ਨਿਯੁਕਤੀਆਂ ਦੇ ਰਹੀਆਂ, ਉਹਨੂੰ ਥੋੜਾ ਸਮਾਂ ਦਿਓ, ਉਹਦੇ ਨਾਲ ਮੋਢਾ ਜੋੜ ਕੇ ਚੱਲੋ। ਜਿੱਦਾਂ ਹੁਣ ਇਹ ਪਾਣੀਆਂ ਦੀ ਆਈ ਸੀ, ਤਾਂ ਮੈਂ ਇਹ ਕਹੂੰਗਾ ਕਿ ਇਹਦੇ ਨਾਲ ਕਿਸਾਨੀ ਨੂੰ ਵੀ ਨੁਕਸਾਨ ਹੋਇਆ, ਆਮ ਜਨਤਾ ਨੂੰ ਵੀ ਨੁਕਸਾਨ ਹੋਇਆ ਜਿਹੜੀ ਕਲਮ ਛੋਡੋ। ਅਸੀਂ ਤਾਂ ਇਹ ਚਾਹੁੰਦੇ ਸੀ। ਚਲੋ ਥੋੜਾ ਜਿਹਾ ਵੇਟ ਕਰਿਓ ਸਰ, ਤੁਸੀਂ ਬਹੁਤ ਡਿਟੇਲ ਦੇ ਵਿੱਚ ਆਪਣੀ ਗੱਲ ਰੱਖੀ ਹੈ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸਵਾਲ ਬਹੁਤ ਸਾਰੇ ਨੇ। ਦੇਖੋ, ਪਟਵਾਰੀ ਜਿਸ ਤਰੀਕੇ ਨਾਲ ਸੋਚ ਰਹੇ ਨੇ ਜਾਂ ਉਹ ਕਹਿ ਰਹੇ ਨੇ ਕਿ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਈ ਹੈ, ਮੈਂ ਉਸ ਦੇ ਉੱਤੇ ਵੀ ਸਵਾਲ ਕਰਨਾ ਹੈ। ਔਰ ਬਹੁਤ ਸਾਰੇ ਮੈਸੇਜ ਇਨਫੈਕਟ ਮੇਰੇ ਕੋਲ ਇਸ ਸਮੇਂ ਆ ਵੀ ਰਹੇ ਨੇ, ਖਾਸ ਤੌਰ ਤੇ 1090 ਪਟਵਾਰੀਆਂ ਨੂੰ ਜਿਹੜਾ ਵਾਅਦਾ ਕੀਤਾ ਗਿਆ ਸੀ ਉਸ ਨੂੰ ਲੈ ਕੇ। ਪਰ ਪਹਿਲਾਂ ਮੈਂ ਬੱਲੀ ਜੀ ਦਾ ਰੁਖ ਕਰਦਾ। ਸਰ ਸਾਡੇ ਨਾਲ ਨੇ। ਸਰ, ਤੁਸੀਂ ਇਸ ਪੂਰੇ ਮਾਮਲੇ ਨੂੰ ਹੁਣ ਕਿਵੇਂ ਦੇਖ ਰਹੇ ਹੋ? ਕਿ ਬਾਕੀ ਇਹ ਗੱਲ ਮੈਂ ਸਿੱਧੇ ਤੌਰ ਤੇ ਕਹਾਂ ਕਿ ਅਣਖ ਵਾਲੀ ਤਾਂ ਨਹੀਂ ਆ ਗਈ ਕਿ ਇੱਕ ਪਾਸੇ ਸਰਕਾਰ ਹੈ ਤੇ ਦੂਜੇ ਪਾਸੇ ਜਿਹੜੇ ਪਟਵਾਰੀ ਨੇ ਉਹ ਨੇ? ਕਿਉਂਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਉਹ ਅੱਗੇ ਆਏ ਸੀ, ਜਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੀ ਜਾਂ ਪ੍ਰਦਰਸ਼ਨ ਕਰਨ ਦਾ ਐਲਾਨ ਸੀ, ਉਸ ਦੇ ਵਿੱਚੋਂ ਬਹੁਤ ਸਾਰੀਆਂ ਮੰਨਣ ਦਾ ਜ਼ਿਕਰ ਸਰਕਾਰ ਕਰ ਰਹੀ ਹੈ। ਬੇਸ਼ੱਕ ਇਹਨਾਂ ਦੀ ਆਪਸ 'ਚ ਕੋਈ ਗੱਲਬਾਤ ਨਹੀਂ ਹੋਈ। ਦੇਖੋ, ਇਸ ਦੇ ਨਾਲ ਇਸ ਜਿਹੜੇ ਪਟਵਾਰੀਆਂ ਦਾ ਜਦੋਂ ਮੁੱਦਾ ਉੱਠਿਆ, ਉਹਦੇ ਨਾਲ 3 ਗੱਲਾਂ, ਜਿਹੜੇ 3 ਮਸਲੇ ਬਹੁਤ ਜ਼ੋਰ ਨਾਲ ਉੱਠੇ ਨੇ ਜੀ। ਇੱਕ ਤਾਂ ਹੈਗਾ ਕਰਪਸ਼ਨ ਦਾ, ਕਿ ਕਰਪਸ਼ਨ ਹੋ ਰਹੀ ਹੈ ਪਟਵਾਰੀ ਪੱਧਰ ਤੇ, ਕਾਨੂੰਗੋ ਪੱਧਰ ਤੇ ਜਾਂ ਤਹਿਸੀਲਾਂ 'ਚ ਕਰਪਸ਼ਨ ਜਿਹੜੀ, ਉਹਦਾ ਮੁੱਦਾ ਬਹੁਤ ਜ਼ੋਰ ਨਾਲ ਉੱਠਿਆ। ਤੇ ਇਹ ਗੱਲ ਆਮ ਪ੍ਰਭਾਵ ਵੀ ਹੈ ਤੇ ਕਰਪਸ਼ਨ ਹੈਗੀ ਵੀ, ਇਹ 'ਚ ਕੋਈ ਸ਼ੱਕ ਨਹੀਂ।
ਕਰਪਸ਼ਨ ਹੈਗੀ ਵੀ, ਬਿਲਕੁਲ। ਦੂਜੀ ਹੈਗੀ ਲੋਕਾਂ ਦੀ ਖੱਜਲ ਖੁਆਰੀ। ਕਰਪਸ਼ਨ ਹੈ ਕਿ ਦੂਜੀ ਖੱਜਲ ਖੁਆਰੀ, ਲੋਕਾਂ ਦੇ ਕੰਮ ਹੁੰਦੇ ਹੀ ਨਹੀਂ, ਲੋਕਾਂ ਨੂੰ ਮਿਲਦੇ ਨਹੀਂ ਅਫਸਰ, ਲੋਕਾਂ ਦੇ ਡਿਲੇ ਹੁੰਦੀ ਹੈ, ਲੋਕਾਂ ਨੂੰ ਧੱਕੇ ਖਾਣੇ ਪੈਂਦੇ ਨੇ। ਇਹ ਵੀ ਗੱਲ ਠੀਕ ਹੈ ਜੀ, ਇਹ ਦੋਨੇ ਗੱਲਾਂ ਠੀਕ ਹੈ। ਤੀਜਾ ਹੈਗਾ ਜਿਹੜਾ ਇਹਨਾਂ ਦੀਆਂ ਸਟਾਫ ਦੀ ਪੂਰਤੀ, ਇਹਨਾਂ ਦੀਆਂ ਫੈਸਿਲਿਟੀਜ਼, ਇਹਨਾਂ ਦੀਆਂ ਤਨਖਾਹਾਂ ਤੇ ਇਹਨਾਂ ਨੂੰ ਜਿਹੜੀਆਂ ਲੋੜਾਂ ਨੇ ਉੱਥੇ ਕੰਮ ਦੀਆਂ ਉਹ ਪੂਰੀਆਂ ਕਰਨੀਆਂ ਜਾਂ ਸਹੂਲਤਾਂ ਦੇਣੀਆਂ। ਸੋ ਇਹ ਤਿੰਨੇ ਐਸਪੈਕਟ ਜਿਹੜੇ ਹੈ ਨਾ ਉਹ ਕਾਫੀ ਹੱਦ ਤੱਕ ਇੱਕ ਦੂਜੇ ਨਾਲ ਜੁੜੇ ਵੀ ਹੈਗੇ। ਜਿੱਥੋਂ ਤੱਕ ਕਰਪਸ਼ਨ ਦਾ ਮਸਲਾ ਹੈਗਾ ਜਿਹੜਾ ਕਿ ਬਹੁਤ ਜ਼ੋਰ ਨਾਲ, ਔਰ ਭਗਵੰਤ ਮਾਨ ਦੀ ਜਿਹੜੀ ਸੀਐਮ ਨੇ ਜਾਂ ਇਹਦੀ ਸਰਕਾਰ ਹੈ ਇਹ ਇੰਟੈਂਸ਼ਨ ਜ਼ਾਹਰ ਕਰ ਰਹੀ ਹੈ, ਕੋਸ਼ਿਸ਼ਾਂ ਵੀ ਕਰ ਰਹੀ ਹੈ, ਵਿਜੀਲੈਂਸ ਫੜੇ ਵੀ ਜਾ ਰਹੇ ਨੇ, ਅੱਛੀ ਗੱਲ ਹੈ। ਕਰਪਸ਼ਨ ਦਾ ਮੁੱਦਾ ਬਣਾਇਆ, ਕਰਪਸ਼ਨ ਖਤਮ ਕਰਨ ਦਾ ਇਹ ਜਿਹੜਾ ਇੰਟੈਂਸ਼ਨ ਤਹੀਆ ਜਿਹੜਾ ਅਸੀਂ ਕਹਿ ਰਹੇ ਨੇ, ਬਾਰ-ਬਾਰ ਸੀਐਮ ਕਹਿ ਰਹੇ ਨੇ ਅਸੀਂ ਖਤਮ ਕਰ ਦੇਣੀ ਹੈ ਜੀ, ਇਹ ਠੀਕ, ਬਿਲਕੁਲ ਠੀਕ ਹੈ। ਇੰਟੈਂਸ਼ਨ ਠੀਕ ਹੈ, ਉਹਨਾਂ ਦੀ ਕੋਸ਼ਿਸ਼ਾਂ ਵੀ ਹੈਗੀਆਂ ਨੇ। ਤੇ ਜਿਹੜੀ ਹੈਗੀ ਉੱਥੇ ਨਾ ਜਦੋਂ ਜਿਹੜੀ ਖੱਜਲ ਖੁਆਰੀ ਹੁੰਦੀ ਹੈ ਜਾਂ ਕਰਪਸ਼ਨ ਵੀ ਹੈ, ਇਹਦੇ ਕਾਰਨ ਕਈ ਨੇ। ਇਹ ਇੱਕ ਤਾਂ ਹੈਗਾ ਇੰਡੀਵਿਜੂਅਲ ਕਿ ਅਸੀਂ ਕਹਿ ਦਈਏ ਕਿ ਬੰਦੇ ਕਰਪਟ ਨੇ, ਬੰਦੇ ਸਾਰੇ ਕਰਪਟ ਨਹੀਂ, ਇਹ ਆਪ ਹੀ ਖੁਦ ਮੰਨਦੇ ਨੇ ਜੀ। ਪਰ ਜਿਹੜਾ ਸਿਸਟਮ ਹੈ ਉੱਥੇ, ਉਹ ਸਿਸਟਮ ਦੇ ਵਿੱਚ ਸਿਸਟਮ 'ਚ ਜਿਹੜੀਆਂ ਸਮੱਸਿਆਵਾਂ ਨੇ, ਜਿਹੜੇ ਸਿਸਟਮ 'ਚ ਸੁਧਾਰ ਨਹੀਂ ਹੋਏ, ਉਹ ਬਹੁਤ ਹੱਦ ਤੱਕ ਰੋਲ ਪਲੇ ਕਰਦੇ ਨੇ। ਜਿਵੇਂ ਇਹਨਾਂ ਦੀ ਗੱਲ ਕੀਤੀ ਹੈ ਵੀ ਜੇ ਉੱਥੇ ਸਟਾਫ ਹੀ ਹੈ ਨਹੀਂਗਾ, ਉਹਦੇ 'ਚ ਇਕੱਲਾ ਇਹ ਸਰਕਾਰ ਨਹੀਂ, ਪਿਛਲੀਆਂ ਸਰਕਾਰਾਂ ਤੋਂ ਤੁਰਿਆ ਆਉਂਦਾ ਘਾਟਾ। ਉਹ ਜੇ ਪੂਰੇ ਪਟਵਾਰੀ ਨਹੀਂ ਹੈਗੇ, ਉਹ ਕੰਮ ਉਹਨੂੰ ਵਾਧੂ ਕੰਮ ਕਰਨਾ ਪੈਂਦਾ, ਬਹੁਤ ਜ਼ਿਆਦਾ ਸਟਾਫ ਨਹੀਂ ਹੈ, ਤਾਂ ਫਿਰ ਉੱਥੇ ਸਾਰੇ ਕੁਝ ਦੀ ਗੁੰਜਾਇਸ਼ ਹੈਗੀ। ਉੱਥੇ ਲੋਕਾਂ ਦੀ ਖੱਜਲ ਖੁਆਰੀ ਵੀ ਹੋਏਗੀ, ਉੱਥੇ ਕਰਪਸ਼ਨ ਵੀ ਹੋਏਗੀ। ਉੱਥੇ ਇੱਕ ਤਾਂ ਇਹ ਹੈਗਾ ਕਿ ਜੇ ਸਰਕਾਰ ਪੂਰੀਆਂ ਫੈਸਿਲਿਟੀਜ਼, ਪੂਰੀਆਂ ਨੰਬਰ, ਪੂਰੀਆਂ ਗਿਣਤੀ, ਜਿਵੇਂ ਕਿ ਹੁਣ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਖਾਲੀ ਜਗ੍ਹਾ ਭਰੋ ਜਾਂ ਜਿਹੜੇ ਵਾਧੂ ਸਰਕਲ ਉਹਨਾਂ 'ਚ ਵੀ ਲਾਓ। ਦੂਸਰਾ, ਉਹਨਾਂ ਦੀ ਫੈਸਿਲਿਟੀ ਜਾਂ ਜਿਹੜੀਆਂ ਉਹਨਾਂ ਦੇ ਤਨਖਾਹਾਂ ਜਾਂ ਉਹਨਾਂ ਦੇ ਭੱਤੇ ਉਹ ਠੀਕ ਮਿਲਣ। ਤੀਜਾ ਹੈ ਜੇ ਉਹ ਵੀ ਪਿਛਲੇ ਦਿਨਾਂ 'ਚ ਇਹ ਵੀ ਉੱਠਿਆ ਸੀ ਵੀ ਉਹਨਾਂ ਦੇ ਬੈਠਣ ਦੀ ਜਗ੍ਹਾ, ਉਹਨਾਂ ਦੇ ਜਿਹੜਾ ਰਹਿਣ ਜਿੱਥੇ ਦਫ਼ਤਰ ਹੈ ਉੱਥੇ ਫੈਸਿਲਿਟੀ ਜਿਹੜੀਆਂ ਹੈਗੀਆਂ ਨੇ ਪ੍ਰੋਪਰ ਹੈ ਕਿ ਨਹੀਂ ਹੈ, ਉਹ ਵੀ ਹੈ। ਅਗਲੀ ਗੱਲ ਇਹ ਹੈਗੀ ਕਿ ਕਰਪਸ਼ਨ ਦਾ ਜਿਹੜਾ ਮੁੱਦਾ ਉਹ ਹੈਗਾ ਸਿਸਟਮ ਦੇ ਸੁਧਾਰਾਂ ਨਾਲ ਜੁੜਿਆ ਹੋਇਆ। ਮੈਂ ਤੁਹਾਨੂੰ ਇੱਕ ਦੱਸਦਾ ਕਿ ਕਰਪਸ਼ਨ ਜਿਹੜੇ ਕੰਮ ਪੈਂਦੇ ਨੇ ਲੋਕਾਂ ਨੂੰ ਤਹਿਸੀਲ 'ਚ, ਥਾਣੇ 'ਚ ਤੇ ਇਸ ਜਗ੍ਹਾ, ਉਹਨਾਂ ਕੰਮਾਂ 'ਚ ਜਿੱਥੇ ਜਿੱਥੇ ਡਿਸਕ੍ਰਿਸ਼ਨ ਹੈ, ਜਿੱਥੇ ਜਿੱਥੇ ਅਖਤਿਆਰ ਹੈ, ਉੱਥੇ ਉੱਥੇ ਉਨੀ ਕਰਪਸ਼ਨ ਹੈ। ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜੀ ਫਰਦ ਹੁੰਦੀ ਸੀ, ਜਿਹੜੀ ਆਪਾਂ ਜ਼ਮੀਨ ਦੀ ਫਰਦ ਲੈਣੀ ਹੈ, ਉਹ ਐਡਾ ਵੱਡਾ ਕਰਪਸ਼ਨ ਦਾ ਮੁੱਦਾ ਸੀ ਔਰ ਐਡਾ ਵੱਡਾ ਕੰਮ ਸੀ ਕਿ ਫਰਦ ਲੈਣੀ ਸਭ ਤੋਂ ਔਖਾ ਕੰਮ ਹੁੰਦਾ ਸੀ। ਅੱਜ ਕੱਲ ਆਨਲਾਈਨ ਵੀ ਜਦੋਂ ਕੰਪਿਊਟਰਾਈਜ਼ ਕਰਤਾ ਸਾਰਾ ਰਿਕਾਰਡ, ਜਦੋਂ ਆਨਲਾਈਨ 20 ਰੁਪਏ ਜਿੰਨੇ ਚ ਵੀ ਉਹ ਫਰਦ ਮਿਲ ਜਾਂਦੀ ਹੈ ਤੁਹਾਨੂੰ। ਇਹ ਇੱਕ ਅੱਛਾ, ਇਸੇ ਤਰ੍ਹਾਂ ਐਫੀਡੇਵਿਟ, ਹਲਫੀਆ ਬਿਆਨ ਜਿਹੜੇ ਸੀਗੇ, ਹਲਫੀਆ ਬਿਆਨ ਜਦੋਂ ਹੁੰਦੇ ਸੀ ਤਾਂ ਲਾਈਨਾਂ ਲੱਗਦੀਆਂ ਸੀ। ਉੱਥੇ ਇਸ ਗੱਲ 'ਚ ਕਰਪਸ਼ਨ ਹੁੰਦੀ ਸੀ ਕਿ ਹਲਫੀਆ ਬਿਆਨ ਦਰਜ ਕਰਾਉਣਾ ਟੈਸਟ ਕਰਾਉਣਾ। ਜਦੋਂ ਦੇ ਹਲਫੀਆ ਬਿਆਨ ਖਤਮ ਕੀਤੇ, ਗਵਰਨੈਂਸ ਰਿਫਾਰਮਸ ਹੋਏ ਇਸ ਮਸਲੇ ਤੇ, ਉਹਦੇ 'ਚ ਕਰਪਸ਼ਨ ਘਟ ਗਈ। ਬਿਲਕੁਲ। ਸੋ ਇਹ ਜਿਹੜਾ ਇਸ ਵੇਲੇ ਕਰਪਸ਼ਨ ਦਾ ਮੁੱਦਾ, ਜਿਹੜੇ ਸੀਐਮ ਬਾਰ-ਬਾਰ ਕਹਿ ਰਹੇ ਨੇ, ਜਿਹੜੇ ਉਹਨਾਂ ਨੂੰ ਸਲਾਹ ਦਿੱਤੀ, ਉਹਨਾਂ ਨੇ ਨਸੀਹਤ ਦਿੱਤੀ ਹੈ ਕਿ ਤੁਸੀਂ ਇਹ ਕੰਮ ਨਹੀਂ ਕਰਨਾ, ਕਲਮ ਫੜ ਕੇ ਇਮਾਨਦਾਰੀ ਨਾਲ ਕੰਮ ਕਰਨਾ, ਦਾਗ ਧੋਣਾ ਹੈ, ਜਿਹੜਾ ਧੱਬਾ ਲੱਗਿਆ ਉਹ ਧੋਣਾ ਹੈ। ਠੀਕ ਹੈ, ਬਿਲਕੁਲ। ਮੈਨੂੰ ਐਂ ਲੱਗਦਾ ਹੈ, ਮੈਂ ਮਾਨ ਸਾਹਿਬ ਨੂੰ ਇਹ ਕਹਿੰਦਾ ਕਿ ਇਹ ਇੱਕ ਤਾਂ ਇੰਡੀਵਿਜੂਅਲ ਐਫਰਟ ਹੈ, ਠੀਕ ਹੈ, ਤੁਸੀਂ ਉਹਨਾਂ ਨੂੰ ਕੋਸ਼ਿਸ਼ ਵੀ ਕੀਤੀ, ਪਰ ਸਿਸਟਮ ਦੇ ਵਿੱਚ ਜਿਹੜੇ ਸੁਧਾਰ ਹੈ, ਜਿਹੜੇ ਅਖਤਿਆਰ ਹੈ, ਜਿਹੜੀ ਹੁਣ ਸਭ ਤੋਂ ਵੱਧ ਰਜਿਸਟਰੀ 'ਚ ਕਰਪਸ਼ਨ ਹੁੰਦੀ ਹੈ। ਬਿਲਕੁਲ। ਰਜਿਸਟਰੀ ਦੇ ਮਾਮਲੇ 'ਚ ਹੁੰਦੀ ਹੈ ਨਾ, ਰਜਿਸਟਰੀਆਂ 'ਚ, ਗਰਦੌਰੀਆਂ 'ਚ, ਜਾਂ ਜਦੋਂ ਹੋਰ ਜਿਹੜੇ ਪਟਵਾਰੀ ਨਾਲ ਕੰਮ ਦੇ ਤਹਿਸੀਲ ਦੇ ਹੁੰਦੇ ਨੇ, ਉਹਨੂੰ ਅਸੀਂ ਟਰਾਂਸਪੇਰੈਂਟ ਕਿੰਨਾ ਕੁ ਬਣਾ ਸਕਦੇ ਹਾਂ ਕਿ ਰਜਿਸਟਰੀ ਵੀ ਆਨਲਾਈਨ ਹੋ ਸਕਦੀ ਹੈ, ਜਾਂ ਜਿਹੜੇ ਕੰਮ ਜਿੱਥੇ ਕਰਪਸ਼ਨ ਉੱਥੇ ਹੀ ਘਟੇਗੀ, ਜਿੱਥੇ ਅਖਤਿਆਰ ਘਟੇਗਾ, ਡਿਸਕ੍ਰਿਪਸ਼ਨ ਘਟੇਗੀ। ਠੀਕ ਹੈ, ਬਿਲਕੁਲ। ਸੋ ਮੈਨੂੰ ਲੱਗਦਾ ਕਿ ਦੋ ਗੱਲਾਂ, ਇੱਕ ਤਾਂ ਫੈਸਿਲਿਟੀ ਜਿਹੜੀਆਂ ਨੰਬਰ ਪੂਰਾ ਕਰਨਾ, ਗਿਣਤੀ ਪੂਰੀ ਕਰਨੀ, ਦੂਜਾ ਜਿਹੜਾ ਸਿਸਟਮ ਦੇ ਵਿੱਚ ਟਰਾਂਸਪੇਰੈਂਸੀ ਲਿਆਉਣ ਦੀ, ਉਹਦੇ ਵਾਸਤੇ ਕੋਈ ਠੋਸ ਕਦਮ ਜਿਹੜੇ ਪਲਾਨ ਬਣਾਉਣੀ ਚਾਹੀਦੀ ਹੈ। ਜਿਹੜੇ ਤੁਸੀਂ ਪੁਆਇੰਟ ਦਾ ਜ਼ਿਕਰ ਕਰ ਰਹੇ ਹੋ ਸਰ, ਬਹੁਤ ਜ਼ਿਆਦਾ ਹੈਗਾ। ਇਨਫੈਕਟ ਜਿਹੜਾ ਤੁਸੀਂ ਫਰਦ ਦਾ ਵੀ ਜ਼ਿਕਰ ਕੀਤਾ, ਜਿਹੜੀ ਆਨਲਾਈਨ ਵੀ ਹੋਈ ਉਹ 4-5 ਸਾਲ ਦੀ ਹੈ। ਉਸ ਤੋਂ ਬਾਅਦ ਜਿਨ੍ਹਾਂ ਨੇ 13 ਸਾਲੀ, ਕਿਸੇ ਨੇ ਲੋਨ ਲੈਣਾ, ਕਿਸੇ ਨੇ ਕੋਈ ਹੋਰ ਕੰਮ ਹੈ, 13 ਸਾਲੀ 15 ਸਾਲੀ ਕਢਵਾਉਣੀ ਆ ਫਰਦ, ਉਹ ਹੁਣ ਵੀ ਜਿਹੜਾ ਰਜਿਸਟਰਾਂ ਦੇ ਵਿੱਚੋਂ ਲੱਭਣਾ ਪੈਂਦਾ ਕਿ ਕੀ ਕੁਝ ਕਿੱਥੇ ਕੀ ਬੋਲਦਾ ਹੈ। ਖੈਰ, ਦੂਜਾ ਫੈਕਟ ਇਹ ਵੀ ਹੈ
ਬਹੁਤ ਸਾਰੇ ਲੋਕ ਇਹ ਵੀ ਇਲਜ਼ਾਮ ਲਗਾਉਂਦੇ ਨੇ ਕਿ ਜਾ ਕੇ ਤੁਸੀਂ ਕੋਈ ਕੰਮ ਕਰਵਾਉਣਾ ਹੋਵੇ ਸਰਕਾਰੀ ਦਫ਼ਤਰ ਦੇ ਵਿੱਚ ਤਾਂ ਪਹਿਲੀ ਵਾਰ ਤਾਂ ਤੁਹਾਡੇ ਨਾਲ ਗੱਲ ਨਹੀਂ ਕਰਦੇ। ਜੇ ਤੁਸੀਂ ਉਹਨਾਂ ਨੂੰ ਜਾ ਕੇ ਕਹੋ ਜੀ ਸਾਨੂੰ ਫਰਜ਼ ਚਾਹੀਦੀ ਹੈ ਤਾਂ ਤੁਹਾਡਾ ਬਿਨਾਂ ਨਾਮ ਦੇਖੇ ਜਾਂ ਬਿਨਾਂ ਤੁਹਾਡੇ ਨਾਲ ਗੱਲ ਕੀਤੇ ਠੀਕ ਹੈ ਕੱਲ ਨੂੰ ਆ ਜਾਓ, ਕੱਲ ਨੂੰ ਜਾਓਗੇ ਤੁਸੀਂ ਉਹ ਫਿਰ ਕਹਿਣਗੇ ਕੋਈ ਗੱਲ ਨਹੀਂ ਹਜੇ ਬਹੁਤ ਕੰਮ ਹੈ ਸਾਡੇ ਕੋਲ 4 ਦਿਨ ਬਾਅਦ ਆਇਓ। ਹੁਣ ਦੂਜਾ ਪੁਆਇੰਟ ਇਹ ਵੀ ਹੈ ਕਿ ਉਹਨਾਂ ਕੋਲ ਕੰਮ ਹੋ ਸਕਦਾ ਹੈ ਪਰ ਲੋਕਾਂ ਦੀ ਵੀ ਦਿੱਕਤ ਹੈ। ਇਨਫੈਕਟ ਇਹ ਵੀ ਗੱਲ ਹੈ ਕਿ ਸਾਰੇ ਨਹੀਂ ਇਸ ਤਰੀਕੇ ਦੇ ਪਰ ਬਹੁਤ ਲੋਕਾਂ ਦਾ ਇਲਜ਼ਾਮ ਇਸ ਤਰੀਕੇ ਦਾ ਹੈਗਾ। ਮੈਂ ਬਲਰਾਜ ਦਾ ਰੁਖ ਕਰਦਾ। ਬਲਰਾਜ ਜੀ ਉਮੀਦ ਹੈ ਤੁਹਾਡੀ ਆਵਾਜ਼ ਬਹੁਤ ਕਲੀਅਰ ਆਏਗੀ। ਦੇਖੋ ਜਿਸ ਮੁੱਦੇ ਤੇ ਅੱਜ ਚਰਚਾ ਕਰ ਰਹੇ ਹਾਂ ਮੁੱਖ ਮੰਤਰੀ ਦੀ ਸਟੇਟਮੈਂਟ ਸਿੱਧੇ ਤੌਰ ਦੇ ਉੱਤੇ ਜਿਹੜੇ ਸਾਹਮਣੇ ਪਟਵਾਰੀ ਨਵੇਂ ਨਿਯੁਕਤੀ ਜਿਨ੍ਹਾਂ ਨੂੰ ਦਿੱਤੇ ਪੱਤਰ ਉਹਨਾਂ ਦੇ ਲਈ ਸੀ ਪਰ ਉਹ ਚੇਤਾਵਨੀ ਤੁਹਾਡੇ ਲਈ ਵੀ ਸੀ ਜਾਂ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਪਟਵਾਰੀ ਨੇ ਉਹਨਾਂ ਦੇ ਲਈ ਵੀ ਸੀ ਕਿ ਜੇ ਕਲਮ ਛੋੜ ਹੜਤਾਲ ਕੀਤੀ ਨਾ ਬਸ ਇਹ ਪਸੰਦ ਨਹੀਂ ਸੀਐਮ ਨੂੰ। ਉਹ ਕਹਿ ਰਹੇ ਕਲਮ ਛੋੜ ਹੜਤਾਲ ਕੀਤੀ ਤਾਂ ਫਿਰ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੈ। ਉਹ ਸਿੱਧੇ ਤੌਰ ਤੇ ਕਹਿ ਰਹੇ ਕਿ ਬਾਕੀ ਸਭ ਚਲੀ ਜਾਊਗਾ ਸਟ੍ਰਾਈਕ ਨਾ ਕਰੋ। ਦੇਖੋ ਗੌਰਵ ਜੀ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਵਾਰੀ-ਵਾਰੀ ਇੱਕੋ ਗੱਲ ਕਲੀਅਰ ਕਰਨੀ ਚਾਹੁੰਦੇ ਆ ਕਿ ਅਸੀਂ ਕੋਈ ਕਲਮ ਛੋੜ ਹੜਤਾਲ ਨਹੀਂ ਕੀਤੀ। ਅਸੀਂ ਜਿਹੜਾ ਸਾਡੇ ਤੇ ਇੰਨੇ ਸਰਕਲਾਂ ਦਾ ਵਾਧੂ ਬੋਝ ਪਾਇਆ ਹੋਇਆ ਸਿਰਫ ਉਹ ਕੰਮ ਬੰਦ ਕੀਤਾ। ਉਹਨਾਂ ਦੇ ਵਿੱਚ ਵੀ ਅਸੀਂ ਜਿਹੜਾ ਕੁਦਰਤੀ ਆਫਤਾਂ ਦਾ ਹੜ੍ਹਾਂ ਦਾ ਕੰਮ ਆ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫਤ ਆ ਉਹਦਾ ਕੰਮ ਅਸੀਂ ਬਰਕਰਾਰ ਜਾਰੀ ਰੱਖਿਆ ਹੋਇਆ ਉਸੇ ਤਰ੍ਹਾਂ। ਠੀਕ ਹੈ, ਇਹ ਗੱਲ ਨੂੰ ਇੱਕ ਸਮਝਣਾ ਪੈਣਾ ਆਪਾਂ ਨੂੰ। ਜਿਹੜੀ ਇੱਕ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਸਾਡੇ ਸਤਿਕਾਰਯੋਗ ਕਹਿ ਰਹੇ ਨੇ ਕਿ ਜਿਹੜੀ 18 ਮਹੀਨੇ ਦੀ ਟ੍ਰੇਨਿੰਗ ਪੂਰੀ ਕਰਕੇ ਬੱਚੇ ਉਹ ਵੀ ਫੀਲਡ ਕਰ ਰਹੇ ਨੇ, ਇਹੋ ਤਾਂ ਸਾਡਾ ਸਵਾਲ ਹੈ। ਇਹਨਾਂ ਬੱਚਿਆਂ ਨਾਲ ਵੀ ਇਹੋ ਵਾਅਦਾ ਕੀਤਾ ਗਿਆ ਸੀ ਕਿ ਤੁਹਾਡੀ ਟ੍ਰੇਨਿੰਗ 18 ਸਾਲ ਨਹੀਂ, ਤੁਹਾਡੀ ਟ੍ਰੇਨਿੰਗ 1 ਸਾਲ ਕੀਤੀ ਜਾਊ ਜੀ। ਟ੍ਰੇਨਿੰਗ ਦੇ ਦੌਰਾਨ ਤੁਹਾਨੂੰ ਫਿਕਸ ਸੈਲਰੀ ਦਿੱਤੀ ਜਾਊ। ਇਹੋ ਤਾਂ ਅਸੀਂ ਵਾਰੀ-ਵਾਰੀ ਪੁੱਛਦੇ ਹਾਂ ਵੀ ਕੀ ਉਹ ਟ੍ਰੇਨਿੰਗ 1 ਸਾਲ ਦੀ ਹੋਗੀ, ਉਹ ਟ੍ਰੇਨਿੰਗ ਦੇ ਦੌਰਾਨ ਬੇਸਿਕ ਸੈਲਰੀ ਮਿਲੂ। ਇੱਕ ਪਟਵਾਰੀ ਦੀ ਜਿਨ੍ਹਾਂ ਦੀ ਟ੍ਰੇਨਿੰਗ ਕਿਸੇ ਵੀ ਸਰਵੇ ਦੇ ਨਹੀਂ ਮੰਨੀ ਜਾਂਦੀ, ਇਹੋ ਤਾਂ ਸੀਐਮ ਸਾਹਿਬ ਨੇ ਪਿਛਲੇ। ਬਾਕੀ ਰਹੀ ਗੱਲ ਜਿੱਦਾਂ ਕਰਦੇ ਆ ਇੱਕ ਬਣਿਆ ਹੋਇਆਗਾ ਵੀ ਦਫ਼ਤਰਾਂ ਦੇ ਵਿੱਚ ਰੱਖੇਗੀ। ਅੱਜ ਡਿਪਟੀ ਕਮਿਸ਼ਨਰ ਨਾਲ ਤੇ ਪੱਤਰ ਜਾਰੀ ਹੋਇਆ ਕੋਲੇ ਉਹਨਾਂ ਦਾ ਬਕਾਇਦਾ ਫੈਕਟ ਨਹੀਂ। ਤੁਹਾਡੀ ਆਵਾਜ਼ ਅਜੇ ਵੀ ਬ੍ਰੇਕ ਹੋ ਰਹੀ ਹੈ ਸਰ, ਆਵਾਜ਼ ਨਹੀਂ ਕਲੀਅਰ ਆ ਰਹੀ। ਮੈਂ ਟੀਮ ਨੂੰ ਕਹਾਂਗਾ ਕਿ ਜੇ ਤੁਹਾਨੂੰ ਫੋਨ ਲਾਈਨ ਤੇ ਅਸੀਂ ਜੋੜ ਲਈਏ ਤਾਂ ਉਮੀਦ ਹੈ ਕਿ ਤੁਹਾਡੀ ਆਵਾਜ਼ ਬਹੁਤ ਕਲੀਅਰ ਦਰਸ਼ਕਾਂ ਤੱਕ ਪਹੁੰਚ ਸਕੇਗੀ। ਇਨਫੈਕਟ ਜਿਹੜੇ ਤੁਹਾਡੇ ਯੂਨੀਅਨ ਦੇ ਲੋਕ ਨੇ ਉਹਨਾਂ ਤੱਕ ਵੀ ਗੱਲ ਪਹੁੰਚਣੀ ਜ਼ਰੂਰੀ ਹੈ ਕਿ ਤੁਸੀਂ ਕਿਵੇਂ ਪੱਖ ਅੱਜ ਰੱਖ ਰਹੇ ਹੋ। ਇਸ ਕਰਕੇ ਮੇਰੀ ਰਿਕੁਐਸਟ ਹੈ ਕਿ ਤੁਸੀਂ ਥੋੜਾ ਜਿਹਾ ਹੋਰ ਵੇਟ ਕਰਿਓ। ਮੈਂ ਇੱਕ ਵਾਰ ਪਾਸੀ ਸਾਹਿਬ ਦਾ ਰੁਖ ਕਰਦਾ। ਪਾਸੀ ਸਾਹਿਬ ਉਹਨਾਂ ਦੀ ਗੱਲ ਤੁਹਾਡੇ ਤੱਕ ਪਹੁੰਚੀ ਹੋਏਗੀ, ਤੁਸੀਂ ਰਿਐਕਟ ਕਰ ਦਿਓ। ਜੀ ਗੌਰਵ ਜੀ, ਮੈਂ ਇਹਨਾਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਬਲਰਾਜ ਜੀ ਨੂੰ ਸਤਿਕਾਰਯੋਗ ਹੈ ਕਿ ਬਲਰਾਜ ਜੀ ਸਰਕਾਰ ਦੀ ਮਨਸ਼ਾ 'ਚ ਕੋਈ ਕਮੀ ਨਹੀਂ ਹੈ, ਕੋਈ ਸ਼ੱਕ ਦੀ ਗੱਲ ਨਹੀਂ ਹੈ ਕਿਉਂਕਿ ਹਲੇ ਸਾਨੂੰ ਜੁਮਾ 1.5 ਸਾਲ ਹੋਇਆ ਹੈ ਔਰ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਦੇ ਵਿੱਚ ਬਿਹਤਰ ਕਰਨ ਦੀ। ਜਿੰਨੇ ਵੀ ਚਾਹੇ ਤੁਸੀਂ ਸਾਡੇ ਪਟਵਾਰੀ ਹੋ ਚਾਹੇ ਕੋਈ ਹੋਰ ਵੀ ਮੁਲਾਜ਼ਮ ਹੈ, ਅਸੀਂ ਚਾਹ ਰਹੇ ਹਾਂ ਕਿ ਸਭ ਨੂੰ ਜਿੰਨਾ ਹੋ ਸਕਦਾ ਵਧੀਆ ਤੋਂ ਵਧੀਆ ਸਹੂਲਤ ਮਿਲੇ, ਪਰੰਤੂ ਸਮਾਂ ਲੱਗਦਾ ਹੈ। ਇਹ ਜਿਹੜਾ ਸਮਾਂ ਸੀਗਾ ਤੁਸੀਂ ਕਿਹਾ ਜੀ ਕਿ ਅਸੀਂ ਕਲਮ ਛੋੜ ਹੜਤਾਲ ਨਹੀਂ ਕੀਤੀ। ਮੈਂ ਗੌਰਵ ਜੀ ਚਾਹੁੰਦਾ ਸੀਗਾ, ਮੈਂ ਤਾਂ ਇਹ ਚਾਹੁੰਦਾ ਸੀ ਕਿ ਜਿਹੜਾ ਇਹ ਪਾਣੀਆਂ ਦਾ ਆਇਆ ਇਹਦੇ ਵਿੱਚ ਅਸੀਂ ਜਿਹੜਾ ਹੈ ਇਦਾਂ ਦਾ ਕੋਈ ਸਟੈਪ ਨਾ ਲੈਂਦੇ। 2 ਮਹੀਨੇ ਠਹਿਰ ਕੇ ਤੁਸੀਂ ਇਹ ਗੱਲ ਕਰ ਲੈਂਦੇ ਕਿ ਸਾਨੂੰ ਇਹ ਡਿਮਾਂਡਸ ਤੇ ਹੁਣ ਤੱਕ ਸਾਡਾ ਕੋਈ ਨਜ਼ਰਸਾਨੀ ਕਰੋ। ਪਰੰਤੂ ਫਿਰ ਵੀ ਪੰਜਾਬ ਸਰਕਾਰ ਨੇ ਪਹਿਲਾਂ ਹੀ ਕਲੀਅਰ ਕਰਤਾ ਸੀ ਕਿ ਅਸੀਂ ਸਾਰੇ ਸਰਕਲਾਂ ਦੇ ਵਿੱਚ ਪਟਵਾਰੀ ਲਿਆਉਣ ਦੀ ਸਾਡੀ ਮਨਸ਼ਾ ਹੈ। ਇਹ ਕੋਈ ਫੋਰਟਨਾਈਟ ਨਹੀਂ, ਉਹ ਕਹਿੰਦੇ ਵਾਧੂ ਬੋਝ ਪਾਇਆ ਹੋਇਆ ਤੁਸੀਂ। ਇਸ ਤਰੀਕੇ ਨਾਲ ਦੇਖੋ, ਤੁਸੀਂ ਹੁਣੇ ਕਹੋਗੇ ਕਿ ਪੁਰਾਣੀਆਂ ਸਰਕਾਰਾਂ ਠੀਕ ਹੈ, ਪੁਰਾਣੀਆਂ ਸਰਕਾਰਾਂ, ਪਰ ਮੌਜੂਦਾ ਸਰਕਾਰ ਨੂੰ ਹੀ ਸਵਾਲ ਹੋਏਗਾ ਨਾ ਸਰ। ਉਹ ਕਹਿ ਰਹੇ ਕਿ ਵਾਧੂ ਬੋਝ ਹੈ, ਵਾਧੂ ਬੋਝ ਕਿਵੇਂ ਘੱਟ ਹੋਏਗਾ ਕਿ ਇੱਕ ਦੇ ਕੋਲ 5 ਸਰਕਲ ਜੇ ਇੱਕ ਤਰੀਕੇ ਨਾਲ ਇੱਕ ਪਟਵਾਰੀ ਨੂੰ ਦਿੱਤੇ ਹੋਏ ਨੇ ਤੇ 15 ਐਡੀਸ਼ਨਲ ਚਾਰਜ ਹੈ ਤਾਂ ਕਿਵੇਂ ਕੰਮ ਚੱਲੇਗਾ। ਮੈਂ ਇੱਕ ਜਗ੍ਹਾ ਪੜ੍ਹ ਰਿਹਾ ਕਿ ਕਰੀਬ 47-4800 ਸਰਕਲ ਜਾਂ ਪਟਵਾਰੀਆਂ ਦੀ ਜ਼ਰੂਰਤ ਹੈ ਸਾਡੇ ਕੋਲ 1500, ਤਾਂ ਫਿਰ ਇਹ ਤਾਂ ਬਿਲਕੁਲ ਡਬਲ ਟ੍ਰਿਪਲ ਕੰਮ ਹੋ ਗਿਆ ਨਾ ਸਰ। ਗੌਰਵ ਜੀ ਇਹ ਸੋਚਣ ਵਾਲਾ ਵਿਸ਼ਾ ਕਿ 2004 ਤੋਂ ਬਾਅਦ ਕਿੰਨੀ ਰਿਟਾਇਰਮੈਂਟ ਹੋਈ ਤੇ ਕਿੰਨੀ ਰਿਕਰੂਟਮੈਂਟ ਹੋਈ, ਲੇਕਿਨ ਜੇ ਤੁਸੀਂ ਕਹੋਗੇ ਇੱਕੋ ਸਾਲ ਦੇ ਵਿੱਚ ਸਾਰੀ ਪੂਰੀ ਹੋ ਜਾਣਗੀਆਂ ਤਾਂ ਕਿਆ ਇਹ ਸਰਕਾਰ ਲਈ ਪੋਸੀਬਲ ਹੈ? ਔਰ ਪਹਿਲੀ ਚੀਜ਼, ਦੂਸਰੀ ਚੀਜ਼, ਜਦੋਂ 2005 ਤੋਂ ਲਗਾਤਾਰ ਸਰਕਲਾਂ ਦੇ ਵਿੱਚ ਵਾਧਾ ਹੋਇਆ ਉਦੋਂ ਕਿਦਾਂ ਦੀ ਕੋਈ ਗੱਲ ਨਹੀਂ ਸੀ ਉੱਠੀ। ਠੀਕ ਹੈ, ਮੈਂ ਜਵਾਬ ਲੈਣਾ ਸਰਦਾਰ ਬਲਰਾਜ ਜੀ ਦੁਬਾਰਾ ਜੁੜ ਚੁੱਕੇ ਨੇ। ਬਲਰਾਜ ਜੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਹਾਂਜੀ ਸਰ ਮੈਨੂੰ ਆ ਰਹੀ ਹੈ। ਤੁਸੀਂ ਠਰਮਾ ਨਹੀਂ ਰੱਖਿਆ, ਕਹਿੰਦੇ 2004 ਤੋਂ ਬਾਅਦ ਭਰਤੀਆਂ ਨੇ ਹੋਈਆਂ। ਸਾਬਕਾ ਸਰਕਾਰਾਂ ਦੇ ਸਮੇਂ ਤੁਸੀਂ ਬੋਲੇ ਨਹੀਂ ਬੋਲੇ ਇੱਕ ਵੱਖਰੀ ਗੱਲ ਹੈ, ਪਰ ਤੁਸੀਂ ਚਾਹੁੰਦੇ ਹੋ ਕਿ ਮੌਜੂਦਾ ਸਰਕਾਰ 1 ਸਾਲ 'ਚ ਸਭ ਕੁਝ ਕਰ ਦੇਵੇ, ਕਿ ਸਮਾਂ ਲੱਗਦਾ। ਤੁਸੀਂ ਠਰਮਾ ਨਹੀਂ ਰੱਖਿਆ ਕਿ ਤੁਸੀਂ ਹੜ੍ਹ ਦੇ ਪੂਰੇ ਮਾਹੌਲ ਦੇ ਵਿਚਾਲੇ ਕਲਮ ਛੋੜ ਹੜਤਾਲ ਦਾ ਐਲਾਨ ਕਰ ਦਿੰਦੇ ਹੋ। ਨਹੀਂ ਸਰ, ਅਸੀਂ ਦੇਖੋ ਅਸੀਂ ਮੀਟਿੰਗ ਦੇ ਲਈ ਸੀਐਮ ਸਾਹਿਬ ਨੂੰ ਬਾਰ-ਬਾਰ ਬੇਨਤੀ ਕਰ ਚੁੱਕੇ ਹਾਂ, ਸਾਰੇ ਐਮਐਲਏ ਸਾਹਿਬਾਨ ਨੂੰ, ਸਾਰੇ ਮੰਤਰੀ ਸਾਹਿਬਾਨ ਨੂੰ। ਅਸੀਂ 5 ਤਰੀਕ ਤੋਂ ਬਾਅਦ ਮੰਗ ਪੱਤਰ ਲਗਾਤਾਰ ਦਿੱਤੇ। 19 ਤਰੀਕ ਨੂੰ ਅਸੀਂ ਧੂਰੀ ਮੁਕਾਮ ਤੇ ਸੂਬਾ ਕਮੇਟੀ ਵੱਲੋਂ ਧਰਨਾ ਵੀ ਦਿੱਤਾ ਗਿਆ ਜੀ। ਇਸ ਤੋਂ ਬਾਅਦ ਸਾਨੂੰ 30 ਤਰੀਕ ਦੇ ਲਈ ਮੀਟਿੰਗ ਦੀ ਕਾਲ ਆਈ ਹੈ ਤੇ 30 ਤਰੀਕ ਦੀ ਮੀਟਿੰਗ ਕੈਨਸਲ ਕਰਕੇ 31 ਤਰੀਕ ਨੂੰ ਕੀਤੀ ਗਈ। ਇਸ ਦੇ ਦੌਰਾਨ ਹੀ ਐਸਮਾ ਐਕਟ ਲਾ ਦਿੱਤਾ ਗਿਆ ਤੇ 31 ਤਰੀਕ ਦੀ ਮੀਟਿੰਗ ਵੀ ਕੈਨਸਲ ਕਰ ਦਿੱਤੀ ਗਈ। ਅਸੀਂ ਬਾਰ-ਬਾਰ ਮੀਟਿੰਗਾਂ ਦਾ ਸਮਾਂ ਮੰਗਿਆ, ਪਰੰਤੂ ਅਜੇ ਤੱਕ ਵੀ ਸਾਨੂੰ
ਟੇਬਲ ਟਾਕ ਤੇ ਗੱਲ ਕਰਨ ਦੇ ਲਈ ਕੋਈ ਮੀਟਿੰਗ ਦੀ ਕਾਲ ਨਹੀਂ ਆਈ। ਤੁਸੀਂ ਇੱਕ ਗੱਲ ਚਲੋ ਸਮਝਾ ਦਿਓ ਤੁਸੀਂ ਬਲਰਾਜ ਜੀ, ਇਹ ਦੱਸ ਦਿਓ ਕਿ ਹੁਣ ਤੁਹਾਡੀ ਮੰਗ ਕੀ ਹੈ। ਤੁਹਾਡੀਆਂ ਜਿਹੜੀਆਂ ਮੰਗਾਂ ਸੀ ਉਹ ਤਾਂ ਕੰਪਲੀਟ ਹੁੰਦੀਆਂ ਨਜ਼ਰ ਆ ਰਹੀਆਂ ਨੇ, ਪਰ ਹੁਣ ਗੱਲ ਤਾਂ ਖਤਮ ਹੋ ਗਈ ਕਿ ਹਜੇ ਵੀ ਕੁਝ ਹੈ? ਮੈਨੂੰ 2 ਮਿੰਟ ਦਾ ਸਮਾਂ ਦਿਓ। ਸਾਡੀ ਪਹਿਲੀ ਮੰਗ ਇਹ ਹੈ ਕਿ ਸੀਐਮ ਸਾਹਿਬ ਇਹ ਗੱਲ ਸਪਸ਼ਟ ਕਲੀਅਰ ਕਰਨ ਕਿ ਜਿਹੜੇ ਬੱਚਿਆਂ ਨੂੰ ਟ੍ਰੇਨਿੰਗ ਤੇ ਪੱਤਰ ਦਿੱਤੇ ਗਏ ਨੇ ਕਿ ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਉਹ 1.5 ਸਾਲ ਤੋਂ ਘੱਟ ਕੇ 1 ਸਾਲ ਹੋ ਗਈ ਆ, ਕਿ ਉਹਨਾਂ ਦੀ ਟ੍ਰੇਨਿੰਗ ਉਹਨਾਂ ਨੂੰ ਬੇਸਿਕ ਸੈਲਰੀ ਮਿਲੂਗੀ, ਕਿ ਜਿਹੜਾ 1090 ਬੈਚ ਦੇ ਨਾਲ ਸੀਐਮ ਸਾਹਿਬ ਨੇ ਵਾਅਦਾ ਕੀਤਾ ਸੀ ਵੀ ਤੁਹਾਡੀ ਟ੍ਰੇਨਿੰਗ ਵੀ 1 ਸਾਲ ਹੋਊਗੀ ਤੇ ਬੇਸਿਕ ਸੈਲਰੀ ਮਿਲੂਗੀ, ਉਹ ਪੂਰੀ ਹੋ ਗਈ ਆ। ਕਿ 13000 ਪਿੰਡਾਂ ਦੇ ਕੰਮ ਨੂੰ ਕਿੱਡੇ ਮਹਾਨਗਰ ਨੇ, ਲੁਧਿਆਣਾ, ਪਟਿਆਲਾ, ਜਲੰਧਰ, ਐਡੇ ਵੱਡੇ ਸ਼ਹਿਰਾਂ ਨੂੰ 1523 ਬੰਦਾ ਚਲਾ ਸਕਦਾ। ਕੀ ਪਟਵਾਰੀਆਂ ਦੀ ਗਿਣਤੀ ਵਧਾਉਣ ਦੀ ਲੋੜ ਨਹੀਂ? 1980 ਤੋਂ ਲੈ ਕੇ 4716 ਪੋਸਟਾਂ ਹੀ ਚੱਲੀਆਂ ਆ ਰਹੀਆਂ ਨੇ। ਕਿੰਨੀ ਆਬਾਦੀ ਵੱਧ ਗਈ, ਕਿੰਨਾ ਨੈਸ਼ਨਲ ਹਾਈਵੇ ਦਾ ਕੰਮ ਵੱਧ ਗਿਆ, ਲਾਲ ਲਕੀਰ ਦਾ ਕੰਮ ਪਟਵਾਰੀ ਕਰ ਰਹੇ ਨੇ, ਆਧਾਰ ਕਾਰਡਾਂ ਦੀ ਵੈਰੀਫਿਕੇਸ਼ਨ ਦਾ ਕੰਮ ਪਟਵਾਰੀਆਂ ਕੋਲੇ ਆ, ਕਿੰਨਾ ਖਰੀਦੋ ਫਰੋਖਤ ਜ਼ਮੀਨਾਂ ਦੀ ਹੋ ਗਈ। ਕੀ ਪੋਸਟਾਂ ਵਧਾ ਕੇ 4716 ਤੋਂ ਵਧਾ ਕੇ 10-11000 ਕਰਨ ਦੀ ਲੋੜ ਨਹੀਂ ਹੈਗੀ? ਸੀਐਮ ਸਾਹਿਬ ਜੋੜ ਤੋੜ ਕਰਕੇ ਪਿਛਲੇ ਦਿਨੀ ਵੀ ਮੀਡੀਆ ਵਿੱਚ ਦੱਸ ਰਹੇ ਸੀ, ਉਸ ਹਿਸਾਬ ਨਾਲ ਤਾਂ ਪੋਸਟ 36 ਤੋਂ 60 ਬਣਦੀਆਂ। ਅਸੀਂ ਬੇਨਤੀ ਕਰਦੇ ਹਾਂ ਸਤਿਕਾਰਯੋਗ ਸੀਐਮ ਸਾਹਿਬ ਨੂੰ ਕਿ ਪੋਸਟਾਂ ਦੀ ਜਿਹੜੀ ਗਿਣਤੀ, ਚਲੋ ਮੈਂ ਹੋਰ ਥੋੜਾ ਜਿਹਾ ਹੋਰ ਸਪੈਸੀਫਿਕ ਪੁੱਛਦਾ ਤੁਹਾਨੂੰ, ਮੈਂ ਉਸ ਤੋਂ ਬਾਅਦ ਬੱਲੀ ਜੀ ਦਾ ਰੁਖ ਕਰਾਂਗਾ। 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ, 500 ਕੁਝ ਦੀ ਨਵੀਂ ਭਰਤੀ, ਤੁਹਾਨੂੰ ਲੱਗਦਾ ਨਹੀਂ ਕਿ ਉਸ ਫਰਦਰ ਉਸ ਪਾਸੇ ਨੂੰ ਕਦਮ ਹੈ ਜਿਹੜੀਆਂ ਤੁਸੀਂ ਮੰਗਾਂ ਰੱਖ ਰਹੇ ਹੋ ਕਿ ਡਬਲ ਕਰੋ ਜਾਂ ਫਿਰ ਤੁਸੀਂ ਨਵੀਆਂ ਭਰਤੀਆਂ ਕਰੋ, ਸਾਡੇ ਪਰ ਬੋਝ ਬਹੁਤ ਹੈ, ਸਾਰੀਆਂ ਗੱਲਾਂ ਸਮਝ ਆ ਰਹੀਆਂ, ਉਸ ਵਾਲੇ ਪਾਸੇ ਨੂੰ ਕਦਮ ਲੱਗ ਰਹੇ ਕਿ ਨਹੀਂ? ਅਸੀਂ ਭਰਤੀ ਦਾ ਸਵਾਗਤ ਕਰਦੇ ਹਾਂ। ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਹੋਰ ਵੱਡੇ ਪੱਧਰ ਤੇ ਭਰਤੀ ਕੀਤੀ ਜਾਵੇ। ਇਹ ਭਰਤੀ ਦਾ ਅਸੀਂ ਸਵਾਗਤ ਕਰਦੇ ਹਾਂ, ਪਰੰਤੂ ਜਿਹੜੇ ਸਾਡੇ ਮਸਲੇ ਨੇ ਟ੍ਰੇਨਿੰਗ ਵਾਲੇ, ਸਟਾਈਫਨ ਵਾਲੇ, ਉਹ ਤਾਂ ਜਿਉਂ ਦੇ ਤਿਉਂ ਰਹਿ ਗਏ। ਦੇਖੋ ਇੱਕ ਗੱਲ ਆਮ ਚੱਲ ਰਹੀ ਹੈ ਕਿ ਪ੍ਰਾਈਵੇਟ ਮੁੰਡੇ ਰੱਖੇ ਹੋਏ ਨੇ। ਅੱਜ ਡੀਸੀ ਦਫ਼ਤਰ ਬਰਨਾਲਾ ਵੱਲੋਂ, ਡਿਪਟੀ ਕਮਿਸ਼ਨਰ ਵੱਲੋਂ ਰਿਟਾਇਰ ਪਟਵਾਰੀਆਂ ਨੂੰ 15-15 ਵਾਧੂ ਸਰਕਲ ਦਿੱਤੇ ਗਏ। ਉਹਨਾਂ ਦੇ ਨਾਲ ਸਰਕਾਰੀ ਪੱਤਰਾਂ ਤੇ ਉਹ ਲਿਖਿਆ ਗਿਆ ਕਿ 4-4 ਉਹਨਾਂ ਦੇ ਨਾਲ ਬੰਦੇ ਅਟੈਚ ਕੀਤੇ ਗਏ। ਕਿ ਇਹ ਇੱਕ ਉਦਾਹਰਨ ਹੀ ਹੈ ਨਾ ਵੀ ਇਕੱਲਾ ਬੰਦਾ ਇੰਨਾ ਕੰਮ ਨਹੀਂ ਕਰ ਸਕਦਾ, ਉਹਨਾਂ ਨਾਲ 4-4 5-5 ਬੰਦੇ ਲਾਏ ਗਏ। ਕੀ ਲੈਂਡ ਰਿਕਾਰਡ ਮੈਨੂਅਲ ਦੇ ਵਿੱਚ ਸੋਧ ਕਰਕੇ ਜਿਹੜਾ ਪਟਵਾਰੀ ਦੇ ਨਾਲ ਇੱਕ ਕੰਮ ਦੇ ਬੋਝ ਨੂੰ ਦੇਖ ਕੇ ਸਹਾਇਕ ਪਟਵਾਰੀ ਦੀ ਪ੍ਰੋਵੀਜ਼ਨ ਸੀਗੀ, ਕੀ ਸਹਾਇਕ ਪਟਵਾਰੀ ਨਹੀਂ ਦਿੱਤਾ ਜਾ ਸਕਦਾ? ਦੂਜਾ ਮਸਲਾ ਜਿਹੜਾ ਸਾਡਾ ਕਰਪਸ਼ਨ ਦੇ ਨਾਲ ਵਾਰ-ਵਾਰ ਜੋੜਿਆ ਜਾ ਰਿਹਾ, ਅਸੀਂ ਕਰਪਸ਼ਨ ਦੇ ਨਾਲ ਜੇ ਕੋਈ ਬੰਦਾ ਰੈਂਡ ਹੈਂਡਡ ਹੋਇਆ ਅਸੀਂ ਕਦੇ ਵੀ ਜਥੇਬੰਦੀ ਨੇ ਉਸ ਬੰਦੇ ਦਾ ਸਾਥ ਨਹੀਂ ਦਿੱਤਾ। ਸਾਡਾ ਜਿਹੜਾ ਵਿਰੋਧ ਆ ਉਹ ਪ੍ਰੋਸੀਜਰ ਆਫ ਲਾਅ ਨਾਲ ਆ। ਐਂਟੀ ਕਰਪਸ਼ਨ ਐਕਟ ਦੀ ਧਾਰਾ 17A ਦੀ ਉਲੰਘਣਾ ਕਰ ਇਹਦੇ ਵਿੱਚ ਸਪਸ਼ਟ ਕਿਹਾ ਗਿਆ ਕਿ ਵਿਭਾਗੀ ਪੜਤਾਲ ਹੋਣੀ ਜ਼ਰੂਰੀ ਹੈ ਕਿ ਪਰਚਾ ਦਰਜ ਹੋਣ ਤੋਂ ਪਹਿਲਾਂ। ਉਹ ਬਿਨਾਂ ਵਿਭਾਗੀ ਪੜਤਾਲ ਦੇ ਪਰਚੇ ਦਰਜ ਕੀਤੇ ਜਾ ਰਹੇ ਨੇ। ਕੱਲ ਇੱਕ ਪੱਤਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੋਇਆ ਕਿ ਰਿਟਾਇਰ ਪਟਵਾਰੀ, ਉਹਨਾਂ ਦੀ ਉਮਰ 65 ਸਾਲ ਜਾਂ 65 ਸਾਲ ਤੋਂ ਘੱਟ ਹੋ ਗਏ, ਉਹਨਾਂ ਨੂੰ ਜਿੰਨੀ ਤਨਖਾਹ ਲੈ ਰਹੇ ਸੀ ਤਨਖਾਹ ਦੇਣ ਤੇ ਭਰਤੀ ਕੀਤੀ ਜਾ ਰਹੀ ਆ। ਠੀਕ ਹੈ, ਬਜਾਏ ਰਿਟਾਇਰ ਪਟਵਾਰੀਆਂ ਨੂੰ ਠੇਕੇ ਤੇ ਰੱਖਣਾ, ਜਿਨ੍ਹਾਂ ਦੀ ਰਿਟਾਇਰਮੈਂਟ ਪੈਨਸ਼ਨਾਂ ਵੀ ਲੱਗੀਆਂ, ਜਿਨ੍ਹਾਂ ਦੀ ਉਮਰ 65 ਹੋ ਗਈ। ਇਹ ਸਤਿਕਾਰਯੋਗ ਰਿਟਾਇਰ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ। ਉਹਨਾਂ ਨੇ ਅਸਤੀਫੇ ਦਿੱਤੇ ਵੱਡੇ ਪੱਧਰ ਤੇ, ਕਿਉਂਕਿ ਜਥੇਬੰਦੀ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ। ਤੁਸੀਂ ਦਾਅਵੇ ਕਰ ਰਹੇ ਹੋ ਡੀਸੀ ਆ ਕੇ ਡਿਨਾਈ ਕਰਦੇ ਨੇ, ਕਹਿੰਦੇ ਕੋਈ ਕਿਸੇ ਨੇ ਅਸਤੀਫਾ ਨਹੀਂ ਦਿੱਤਾ। ਨਹੀਂ ਸਰ, ਇਹ ਤਾਂ ਔਨ ਰਿਕਾਰਡ ਹੈ ਜੀ। ਇਹ ਤੋਂ ਸੰਬੰਧਿਤ ਆਪਾਂ ਪ੍ਰਸ਼ਾਸਨ ਨੂੰ ਪੁੱਛ ਸਕਦੇ ਹਾਂ, ਪਟਵਾਰੀਆਂ ਨੂੰ ਪੁੱਛ ਸਕਦੇ ਹਾਂ ਕਿੱਥੇ ਅਸਤੀਫੇ ਦਿੱਤੇ ਨੇ। 2-3 ਨਾਮ ਦੱਸ ਦਿਓ ਜੇਕਰ ਤੁਹਾਨੂੰ ਪਤਾ ਨਹੀਂ ਕਿ ਆਹ ਫਲਾਣੇ ਲੋਕ ਨੇ ਜਿਹੜੇ ਰਿਜ਼ਾਈਨ ਕਰ ਗਏ। ਇਹ ਦੇਖੋ ਸਾਡੇ ਕੋਲੇ ਜਿੱਦਾਂ WhatsApp ਤੇ ਜਥੇਬੰਦੀ ਕੋਲ ਆ ਰਹੀਆਂ ਨੇ, ਵੱਖ-ਵੱਖ ਪਟਵਾਰੀਆਂ ਵੱਲੋਂ ਆ ਰਹੀਆਂ ਨੇ, ਉਹ ਤਾਂ ਸੰਬੰਧਿਤ ਪ੍ਰਸ਼ਾਸਨ ਦੱਸ ਸਕਦਾ ਨਾ ਵੀ ਕਿੱਥੇ-ਕਿੱਥੇ ਪਟਵਾਰੀਆਂ ਨੇ, ਕਿੰਨੀ ਗਿਣਤੀ ਉਹ ਤਾਂ ਪ੍ਰਸ਼ਾਸਨ ਦੱਸ ਸਕਦਾ ਹੈਗਾ ਜੀ। ਤਾਂ ਜਿਹੜੇ ਪੱਤੇ ਨੇ 140 ਰੁਪਏ ਪੱਤਾ ਸਰ ਕਿਰਾਇਆ, ਦਫ਼ਤਰੀ ਕਿਰਾਇਆ ਪੱਤਾ 140 ਰੁਪਏ ਆ, ਬਸਤਾ ਪੱਤਾ 200 ਰੁਪਏ ਆ। ਤੁਸੀਂ ਮੈਨੂੰ ਆਪ ਦੱਸੋ ਪਟਵਾਰੀ ਕੋਲੇ ਕਿੰਨਾ ਰਿਕਾਰਡ ਆ? ਕੀ 200 ਰੁਪਏ ਦੇ ਵਿੱਚ? ਠੀਕ ਹੈ, ਚਲੋ ਮੇਰੀ ਇੱਕ ਹੋਰ ਚੀਜ਼ ਸਮਝਾ ਦਿਓ, ਮੈਂ ਬਲਜੀਤ ਬੱਲੀ ਦਾ ਰੁਖ ਕਰਾਂਗਾ। ਉਸ ਤੋਂ ਬਾਅਦ ਇੱਕ ਹੋਰ ਚੀਜ਼ ਸਮਝਾ ਦਿਓ। ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਐਡੀਸ਼ਨਲ ਕੰਮ ਹੈ, ਸਮਝਾਓ ਕਿ ਜੇ 5 ਸਰਕਲ ਨੇ ਤੁਹਾਡੇ ਕੋਲ 10 ਸਰਕਲ ਹੋਰ ਦੇ ਦਿੱਤੇ ਗਏ ਤਾਂ ਕਿਸ ਤਰੀਕੇ ਨਾਲ ਉਸਦਾ ਅਸਰ ਨਜ਼ਰ ਆਉਂਦਾ? ਮੈਂ ਹੋਰ ਸੌਖੇ ਸ਼ਬਦਾਂ ਦੇ ਵਿੱਚ, ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਆਖਿਰ ਪ੍ਰੋਬਲਮ ਕਿੱਥੇ ਹੈ। ਇੱਕ ਆਮ ਤੌਰ ਤੇ ਜੇ ਸਰਕਾਰੀ ਦਫ਼ਤਰ ਜਾਂ ਕਿਸੇ ਪ੍ਰਾਈਵੇਟ ਦਫ਼ਤਰ ਦੇ ਵਿੱਚ ਵੀ ਕੋਈ ਕੰਮ ਕਰਦਾ ਤਾਂ 8-9 ਘੰਟੇ 10 ਘੰਟੇ ਆਫਿਸ ਦੇ ਵਿੱਚ 9 ਘੰਟੇ ਤਕਰੀਬਨ ਹੁੰਦਾ ਕੰਮ ਕਰਦਾ। ਹੁਣ ਉਹਨੂੰ 5 ਫਾਈਲਾਂ ਦਿੱਤੀਆਂ ਗਈਆਂ ਜਾਂ 50 ਫਾਈਲਾਂ ਦਿੱਤੀਆਂ ਗਈਆਂ, 9 ਘੰਟੇ ਜਿੰਨਾ ਕੰਮ ਉਹ ਕਰ ਦੇਗਾ, ਬਾਕੀ ਦੀਆਂ ਫਾਈਲਾਂ ਕੱਲ, ਉਸ ਤੋਂ ਅਗਲੇ ਦਿਨ। ਕਿਆ ਇਸ ਤਰੀਕੇ ਨਾਲ ਨਹੀਂ ਹੁੰਦਾ? ਦੇਖੋ ਸਰ, ਮਾਲ ਮਹਿਕਮੇ ਦਾ ਜਿਹੜਾ ਪਟਵਾਰੀ ਦੀ ਪੋਸਟ ਹੈ ਨਾ, ਇਹ ਪਿੰਡੂ ਖਿੱਤੇ ਨਾਲ ਜੁੜੀ ਹੋਈ ਪੋਸਟ ਆ। ਗਿਰਦਾਵਰੀਆਂ ਦਾ ਕੰਮ ਆ, ਮੌਕਾ ਰਿਪੋਰਟਾਂ ਵੀ ਦੇਖਣੀਆਂ ਨੇ, ਮੌਕੇ ਵੀ ਦੇਖਣੇ ਆ। ਕਿਤੇ ਪਿੰਡ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਵਾਰਦਾਤ ਹੁੰਦੀ ਆ, ਉਹਦੇ ਸੰਬੰਧ ਦੇ ਵਿੱਚ ਨਕਸ਼ੇ ਬਣਾਉਣੇ ਆ। ਹੜ੍ਹਾਂ ਦੇ ਵਿੱਚ ਪਟਵਾਰੀਆਂ ਨੇ ਜਿੱਦਾਂ ਹੁਣ ਪਿੰਡਾਂ ਦੇ ਵਿੱਚ ਜਾ ਕੇ ਕੰਮ ਕੀਤਾ, ਇੱਕ ਪਟਵਾਰੀ ਕੋਲੇ 13000 ਪਿੰਡਾਂ ਨੂੰ ਤੁਸੀਂ 1523 ਪਟਵਾਰੀਆਂ ਤੇ ਵੰਡ ਲਓ ਸਰ।
ਇੱਕ ਪਟਵਾਰੀ ਕੋਲੇ ਕਿੰਨੇ ਕਿੰਨੇ ਪਿੰਡ ਆਏ, 20 ਪਿੰਡਾਂ ਦਾ ਕੰਮ ਇੱਕ ਪਟਵਾਰੀ ਕੋਲੇ ਆ। ਇੱਕ ਪਟਵਾਰੀ ਇੱਕ ਪਿੰਡ ਦਾ ਮੌਕੇ ਤੇ ਕੰਮ ਕਰੂਗਾ ਜਾਂ 20 ਪਿੰਡਾਂ ਦਾ ਕੰਮ ਕਰੂਗਾ? ਅੱਗੇ ਪਟਵਾਰੀ ਪਹਿਲਾ ਸਮਾਂ ਸੀ ਜਦੋਂ ਪਿੰਡ ਦੇ ਵਿੱਚ ਬੈਠਦੇ ਸੀ, ਪਿੰਡ ਦੇ ਵਿੱਚ ਹੀ ਪਟਵਾਰੀ ਮਿਲ ਜਾਂਦਾ ਸੀ, ਲੋਕਾਂ ਨੂੰ ਦੂਰ 25-25 ਕਿਲੋਮੀਟਰ ਦੂਰ ਤਹਿਸੀਲਾਂ ਵਿੱਚ ਜਾਣ ਦੀ ਲੋੜ ਹੀ ਨਹੀਂ ਸੀ ਪੈਂਦੀ। ਜੇ ਪਟਵਾਰੀ ਚਲੋ ਹਰ ਪਿੰਡ ਦੇ ਵਿੱਚ ਪਟਵਾਰੀ ਹੋਣਾ ਇਹ ਵੀ ਥੋੜਾ ਜਿਹਾ ਪੋਸੀਬਲ ਤਾਂ ਨਜ਼ਰ ਨਹੀਂ ਆਉਂਦਾ। ਹੁਣ 12-13 ਹਜ਼ਾਰ ਪਟਵਾਰੀ ਜਿਹੜੇ ਅੱਜ 15-1800 ਨੇ ਉਹ 13,000 ਰੱਖ ਲਏ ਜਾਣਗੇ, ਮੁਸ਼ਕਿਲ ਨਜ਼ਰ ਆ ਰਿਹਾ। ਪਰ ਠੀਕ ਹੈ, ਤੁਹਾਡਾ ਪੁਆਇੰਟ ਵੈਲਿਡ ਹੈ ਕਿ 1980 ਤੋਂ ਬਾਅਦ ਸਥਿਤੀ ਬਦਲੀ ਨਹੀਂ। ਮੈਂ ਪਾਸੀਜ ਤੋਂ ਜਵਾਬ ਲਵਾਂਗਾ, ਪਰ ਮੈਂ ਪਹਿਲਾਂ ਬੱਲੀ ਸਾਹਿਬ ਦਾ ਰੁਖ ਕਰਦਾ। ਬੱਲੀ ਸਾਹਿਬ, ਇਹ ਚਰਚਾ ਇਸ ਕਰਕੇ ਵੀ ਬਹੁਤ ਅਹਿਮ ਹੈ ਕਿਉਂਕਿ ਸਿਰਫ ਹੁਣ ਤੱਕ ਪਟਵਾਰੀਆਂ ਨੂੰ ਲੈ ਕੇ ਇੱਕ ਇਮੇਜ ਬਿਲਡ ਕਰ ਦਿੱਤੀ ਗਈ ਜਾਂ ਹੋ ਗਈ। ਉਹ ਸ਼ਾਇਦ ਬਹੁਤ ਸਾਰੇ ਲੋਕਾਂ ਨੇ ਖੁਦ ਵੀ ਚੱਲਿਆ ਹੋਵੇ ਕਿ ਉੱਥੇ ਕਰਪਸ਼ਨ ਬਹੁਤ ਹੈ, ਉਸ ਪੂਰੇ ਡਿਪਾਰਟਮੈਂਟ ਦੇ ਵਿੱਚ ਜਾ ਕੇ ਗੱਲ ਨਹੀਂ ਕਰਦੇ, ਕੰਮ ਨਹੀਂ ਹੁੰਦਾ। ਪਰ ਦੂਜੇ ਪਾਸੇ ਸਿੱਕੇ ਦਾ ਦੂਜਾ ਪਹਿਲੂ ਵੀ ਹੈ ਕਿ ਉਹਨਾਂ ਦੇ ਕੋਲ ਕੰਮ ਹੈ ਹੀ ਇੰਨਾ ਕਿ ਜੇਕਰ ਕਿਸੇ ਨੂੰ ਇਹ ਵੀ ਕਹਿ ਦਿੱਤਾ ਕਿ 2 ਦਿਨ ਬਾਅਦ ਆ ਜਾਇਓ ਤਾਂ ਇਹ ਲੱਗੇਗਾ ਕਿ ਇਹ ਪੈਸੇ ਭਾਲਦੇ। ਦੇਖੋ, ਤੁਹਾਡੀ ਆਵਾਜ਼ ਬੰਦ ਹੋ ਗਈ ਸੀ ਗੌਰਵ ਜੀ। ਜੀ ਤੁਹਾਡੀ ਆਵਾਜ਼ ਆ ਰਹੀ ਹੈ, ਸਵਾਲ ਤੁਸੀਂ ਨਹੀਂ ਗੱਲ ਰੱਖ ਸਕਦੇ। ਤੁਹਾਡਾ ਸਵਾਲ ਨਹੀਂ ਹੋਇਆ, ਤੁਸੀਂ ਗੱਲ ਸਵਾਲ ਤੁਹਾਡਾ ਦੁਬਾਰਾ ਦੁਹਰਾ ਦਿਓ ਜੀ। ਮੈਂ ਸਰ ਜ਼ਿਕਰ ਕਰ ਰਿਹਾ ਕਿ ਵਾਕਈ ਇਸ ਤਰੀਕੇ ਨਾਲ ਇਸ ਨੂੰ ਸੋਚਿਆ ਜਾਵੇ ਕਿ ਕਰਪਸ਼ਨ ਉੱਥੇ ਹੈ, ਇਸ ਕਰਕੇ ਐਕਸ਼ਨ ਹੋਣਾ ਚਾਹੀਦਾ ਹੈ। ਕਿਉਂਕਿ ਜਿਹੜਾ ਤੁਸੀਂ ਸੁਣਿਆ ਹੋਏਗਾ, ਬਲਰਾਜ ਜੀ ਦੀ ਉਮੀਦ ਆਵਾਜ਼ ਤੁਹਾਡੇ ਤੱਕ ਪਹੁੰਚੀ ਹੋਏਗੀ। ਬਲਰਾਜ ਜੀ ਜੋ ਜ਼ਿਕਰ ਕਰ ਰਹੇ ਨੇ ਉਹ ਪੂਰਾ ਇੱਕ ਤਰੀਕੇ ਨਾਲ ਦਰਦ ਬਿਆਨ ਕਰ ਰਹੇ ਨੇ ਕਿ ਆਖਿਰ ਪਟਵਾਰੀਆਂ ਨੂੰ ਦਿੱਕਤ ਕੀ ਹੈ। ਪਟਵਾਰੀਆਂ ਨੂੰ ਲੈ ਕੇ ਜ਼ਰੂਰ ਲੱਗਦਾ ਹੈ ਕਿ ਉੱਥੇ ਦਫ਼ਤਰ 'ਚ ਬੈਠੇ ਨੇ ਔਰ ਜਿਹੜਾ ਜਾਂਦਾ ਹੈ ਕੋਈ ਉੱਥੇ ਕੰਮ ਨਹੀਂ ਹੁੰਦੇ, ਜਾਂ ਪੈਸੇ ਲੈ ਲਏ ਜਾਂਦੇ ਨੇ ਜਾਂ ਮੰਗੇ ਜਾਂਦੇ ਨੇ। ਪਰ ਉਹ ਵੀ ਦੱਸ ਰਹੇ ਨੇ ਕਿ 1980 ਤੋਂ ਬਾਅਦ ਸਰਕਲ ਨਹੀਂ ਵਧਾਏ ਗਏ, 1980 ਤੋਂ ਬਾਅਦ ਪੋਸਟਾਂ ਨਹੀਂ ਵਧਾਈਆਂ ਗਈਆਂ। ਇਹ ਅੱਜ ਵੀ 4700 ਦਾ ਜ਼ਿਕਰ ਹੋ ਰਿਹਾ, ਪਰ ਪਟਵਾਰੀ ਤਾਂ 10,000 ਤੋਂ ਵੱਧ ਹੋਣੇ ਚਾਹੀਦੇ ਨੇ। ਜਿਸ ਤਰੀਕੇ ਨਾਲ ਉਹਨਾਂ ਦਾ ਕੰਮ ਵਧਿਆ ਹੋਇਆ ਕਿ ਉਸ ਐਂਗਲ ਤੋਂ ਵੀ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਪਟਵਾਰੀਆਂ ਬਾਰੇ ਸੋਚਿਆ ਜਾਵੇ, ਉਹ ਵੀ ਜਿਹੜੇ ਮਹਿਕਮੇ ਦੇ ਲੋਕ ਨੇ ਕੰਮ ਕਰ ਰਹੇ ਨੇ। ਬਿਲਕੁਲ, ਮੈਂ ਤਾਂ ਉਹੀ ਪਹਿਲਾਂ ਗੱਲ ਕਰਕੇ ਹਟਿਆ ਵੀ ਜਦੋਂ ਸਟਾਫ ਦੀ ਸ਼ਾਰਟੇਜ ਆ, ਉਹਨਾਂ ਕੋਲ ਫੈਸਿਲਿਟੀਜ਼ ਨਹੀਂ ਹੈਗੀਆਂ, ਉਹਨਾਂ ਨੂੰ ਓਵਰਵਰਕ ਨੇ, ਓਵਰਲੋਡਡ ਨੇ, ਤਾਂ ਉਹਨਾਂ ਕੁਦਰਤੀ ਤੌਰ ਤੇ ਉੱਥੇ ਕੰਮ ਡਿਲੇ ਵੀ ਹੋਏਗਾ, ਕੰਮ 'ਚ ਦੇਰੀ ਵੀ ਹੋਏਗੀ, ਫਿਰ ਉੱਥੇ ਡਿਸਕ੍ਰਿਪਸ਼ਨ ਵੀ ਜ਼ਿਆਦਾ ਆ ਜਾਏਗੀ ਸਾਡੇ ਕੋਲ ਤਾਂ ਕੰਮ ਇੰਨਾ, ਤੇ ਖੱਜਲ ਖੁਆਰੀ ਵੀ ਲੋਕਾਂ ਦੀ ਹੋ ਰਹੀ ਹੈ ਤੇ ਹੋਏਗੀ ਵੀ। ਬਿਲਕੁਲ। ਸੋ ਸਰਕਾਰ ਨੂੰ ਜਿਹੜੀ ਇਹ ਪਾਸਿਵਰਾਂ ਨੂੰ ਜਿਵੇਂ ਇਹਨਾਂ ਨੇ ਗੱਲ ਕੀਤੀ, ਕੋਸ਼ਿਸ਼ਾਂ ਕਰ ਰਹੀ ਹੈ ਸਰਕਾਰ, ਉਹ ਕੋਸ਼ਿਸ਼ਾਂ ਜਿਹੜੀਆਂ ਇੱਕ ਤਾਂ ਤੇਜ਼ ਕਰਨੀ ਚਾਹੀਦੀਆਂ ਜੀ। ਇੱਕ ਜਿਹੜੇ ਐਲਾਨ ਕੀਤੇ ਹੈ ਜਿਵੇਂ ਅੱਜ ਕੀਤੇ ਹੈ, ਜਾਂ ਉਹਨਾਂ ਨੂੰ ਛੇਤੀ ਇੰਪਲੀਮੈਂਟ ਕਰਨਾ ਚਾਹੀਦਾ, ਨੋਟੀਫਿਕੇਸ਼ਨ ਛੇਤੀ। ਤੇ ਜਿਹੜੀਆਂ ਭਰਤੀਆਂ ਦੇਖੋ ਇੱਕਦਮ ਤਾਂ ਭਰਤੀਆਂ ਹੁੰਦੀਆਂ ਨਹੀਂ, ਬਿਲਕੁਲ ਇਹਨਾਂ ਦਾ ਗੱਲ ਕਹਿਣਾ ਠੀਕ ਹੈ, ਇੱਕਦਮ ਨਹੀਂ ਹੁੰਦੀਆਂ, ਇਹ ਤੇ ਮਤਲਬ ਪ੍ਰੋਸੈਸ ਹੈਗਾ ਭਰਤੀਆਂ ਦਾ। ਉਹਨੂੰ ਉਹ ਟਾਰਗੇਟ ਰੱਖ ਕੇ ਹੀ ਕਰਨੀਆਂ ਚਾਹੀਦੀਆਂ। ਜਿਵੇਂ ਸੀਐਮ ਨੇ ਕਿਹਾ ਵੀ ਹੈ ਪਟਵਾਰੀਆਂ ਦੀ ਅਸੀਂ ਫਿਕਸ ਕਰਾਂਗੇ ਵੀ ਇੰਨੀਆਂ ਭਰਤੀਆਂ ਹੋਣੀਆਂ ਜੀ। ਸੋ ਉਹ ਪਰ ਜਿੰਨੀਆਂ ਐਫਰਟਸ ਹੋ ਰਹੀਆਂ ਨੇ ਉਹ ਥੋੜੀਆਂ ਨੇ ਲੋੜ ਦੇ ਮੁਤਾਬਕ। ਸੋ ਉਹਨਾਂ ਨੂੰ ਕਿਤਾ ਵਧਾਉਣਾ ਜ਼ਰੂਰੀ ਹੈ। ਤੇ ਦੂਜਾ ਉੱਥੇ ਜਿਹੜਾ ਕੰਮ ਹੈਗਾ ਉਹਦੇ ਵਿੱਚ ਵੀ ਮੈਂ ਐਫੀਸ਼ੀਐਂਸੀ ਲਿਆਉਣ ਵਾਸਤੇ ਉਹਦਾ ਜਿਹੜਾ ਆਨਲਾਈਨ ਕਰ ਜ਼ਿਆਦਾ ਕੀਤਾ ਜਾ ਸਕਦਾ ਹੈ। ਉੱਥੇ ਜਿਹੜੇ ਇੱਕ ਹੈਗਾ ਵੀ ਹੋਰ ਬੰਦੇ ਕੋਈ ਲਾਏ ਜਾ ਸਕਦੇ ਟੈਂਪਰੇਰੀ, ਇਹਨਾਂ ਨੇ ਰਿਟਾਇਰਡ ਪਟਵਾਰੀ ਲਾਏ ਆ। ਮੈਂ ਵਿਚਾਲੇ ਥੋੜਾ ਜਿਹਾ ਰੋਕਣਾ ਐਡ ਕਰ ਦਵਾਂ ਸਰ, ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਡੀਸੀ ਦੇ ਵੱਲੋਂ ਜਿਹੜੇ ਹੋਰ ਅਧਿਕਾਰੀ ਨੇ ਉਹਨਾਂ ਨੂੰ ਵੀ ਕੁਝ ਕੰਮ ਦਿੱਤਾ ਗਿਆ ਤਾਂ ਕਿ ਜਿਹੜੇ ਪਟਵਾਰੀਆਂ ਦਾ ਕੰਮ ਆ ਉਹ ਕਰਕੇ ਲੋਕਾਂ ਦੀਆਂ ਦਿੱਕਤਾਂ ਦੂਰ ਕਰ ਸਕਣ। ਕਿ ਉਹ ਵੀ ਇੱਕ ਆਪਸ਼ਨ ਹੋ ਸਕਦਾ? ਬਿਲਕੁਲ, ਮੈਂ ਉਹੀ ਕਹਿਣਾ ਕਿ ਜਦੋਂ ਤੱਕ ਇਹ ਪਟਵਾਰੀਆਂ ਦੀ ਗਿਣਤੀ ਪੂਰੀ ਨਹੀਂ ਹੁੰਦੀ ਉਦੋਂ ਤੱਕ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਹੈ, ਕੋਈ ਮਾਇਆ ਮੀਡੀਆ ਅਰੇਂਜਮੈਂਟ ਹੋਰ ਕਰੇ, ਨਾਲ ਦੀ ਨਾਲ ਕੋਈ ਹੋਰ ਸਟਾਫ ਕਰੇ, ਤਾਂ ਕਿ ਉਹ ਜਿਹੜੀ ਖੱਜਲ ਖੁਆਰੀ ਹੋ ਰਹੀ ਹੈ, ਜਿਹੜਾ ਕੰਮ ਲੱਗਿਆ ਉਹ ਵੀ ਨਿਪਟੇ। ਤੇ ਉਹਦੇ ਵਾਸਤੇ ਕਰਪਸ਼ਨ, ਜੇ ਦੇਖੋ ਇੱਕ ਜਿਹੜਾ ਗਵਰਨੈਂਸ ਰਿਫਾਰਮ ਕਮਿਸ਼ਨ ਸੀ ਜਿਹੜਾ ਡਾਕਟਰ ਪ੍ਰਮੋਦ ਕੁਮਾਰ ਦੀ ਅਗਵਾਈ ਚ ਬਣਿਆ ਸੀ ਪਿਛਲੇ, ਜਦੋਂ ਜਿਹਨੇ ਆਹ ਐਫੀਡੇਵਿਟ ਖਤਮ ਕਰਾਇਆ ਤੇ ਜਿਹਨੇ ਫਰਦਾਂ ਵਾਲਾ ਸਾਰਾ ਕੀਤਾ ਜੀ, ਉਹਨਾਂ ਨੇ ਕੁਝ ਸੁਝਾਅ ਦਿੱਤੇ ਸੀ, ਰਿਕਮੈਂਡੇਸ਼ਨਾਂ। ਉਹਨਾਂ ਨੇ ਕਿਹਾ ਸੀ ਕਿ ਰਜਿਸਟਰੀ ਵਾਸਤੇ ਤੁਸੀਂ ਇੱਕ ਕਾਊਂਟਰ ਕਿਉਂ ਲਾਉਣਾ, 4 ਕਾਊਂਟਰ ਲਾਓ ਉੱਥੇ, ਤੇ ਕਿਸੇ ਦੀ ਇੱਕ ਦੀ ਡਿਸਕਸ਼ਨ ਨਾ ਰਵੇ, ਉਹਦੀ ਮਨਮਰਜ਼ੀ ਨਾ ਰਵੇ, ਉਹ ਬੈਠਾ ਆਇਆ ਨਹੀਂ ਆਇਆ ਜਾਂ ਕਿੰਨੇ ਵਜੇ ਆਇਆ ਜਾਂ ਅੱਛਾ। ਉਹਨਾਂ ਨੂੰ ਹੋਰ ਕੰਮ ਵੀ ਬੜੇ ਹੁੰਦੇ ਆ। ਦੇਖੋ ਤਹਿਸੀਲਦਾਰਾਂ ਨੂੰ, ਨਾਇਬ ਤਹਿਸੀਲਦਾਰਾਂ ਨੂੰ, ਕਾਨੂੰਗੋ ਪਟਵਾਰੀਆਂ, ਇਹਨਾਂ ਨੂੰ ਹੋਰ ਵੀ ਇਕੱਲੇ ਕੰਮ ਕਾਫੀ ਹੁੰਦੇ ਆ ਨਾ, ਜਿਹੜੇ ਜਨਰਲ ਕੰਮ ਵੀ ਡੀਸੀ ਡਿਸਟ੍ਰਿਕਟ ਦੇ ਜਿਹੜੇ ਡੀਸੀ ਦੇ ਦਿੰਦਾ ਹੈ। ਤੇ ਵੀ ਤੁਸੀਂ ਉਹਨੂੰ ਡਿਵਰਸੀਫਾਈ ਕਰੋ, ਉਹਦੀ ਜ਼ਿਆਦਾ ਇੱਕ ਪਾਵਰ ਸੈਂਟਰ ਜਿਹੜਾ ਹੈ ਜਿਹਦੇ ਕੋਲ ਕਨਸੈਂਟਰੇਸ਼ਨ ਪਾਵਰ ਹੈ, ਪਾਵਰ ਕੋਈ ਇੱਕੋ ਬੰਦੇ ਕੋਲ ਹੀ ਹੈ, ਉਹਨੂੰ ਡਿਵਰਸੀਫਾਈ ਕਰ ਦਿਓ।
ਤੁਸੀਂ 4 ਕਾਊਂਟਰ ਬਣਾਓ, ਪਰ 4 ਕਾਊਂਟਰ ਤਾਂ ਹੀ ਬਣਾਓਗੇ ਨਾ ਜੇ ਤੁਹਾਡੇ ਕੋਲ ਮੈਨ ਪਾਵਰ ਹੋਏਗੀ। ਬਿਲਕੁਲ। ਸੋ ਇਸ ਕਰਕੇ ਮੈਨ ਪਾਵਰ ਵਧਾਉਣ ਵਾਸਤੇ ਉਹਦੇ ਚ ਕਿੱਥੋਂ ਕਿੱਥੋਂ ਲੈ ਜਾ ਸਕਦੇ ਆ, ਟੈਂਪਰੇਰੀ ਕਿੱਥੋਂ ਅਰੇਂਜਮੈਂਟ ਕੀਤਾ ਜਾ ਸਕਦਾ ਹੈ। ਜਦੋਂ ਤੱਕ ਪਟਵਾਰੀਆਂ ਦੀ ਗਿਣਤੀ ਪੂਰੀ ਨਹੀਂ ਹੁੰਦੀ, ਜਿਹੜੇ ਨਵੇਂ ਭਰਤੀ ਕਰਨੇ ਆ ਜਾਂ ਟ੍ਰੇਨੀ ਨਹੀਂ ਆਉਂਦੇ ਅਜੇ, ਉਹ ਤਾਂ ਫਿਰ ਸਰਕਾਰ ਨੇ ਸੋਚਣਾ ਨਾ। ਜਿੰਨਾ ਚਿਰ ਜੇ ਸ਼ਾਰਟਕਮ ਰਹਿਣਗੀਆਂ, ਘਾਟ ਰਹਿਣਗੀ, ਤਾਂ ਕੁਦਰਤੀ ਤੌਰ ਤੇ ਉਹਦੇ ਦੋਵੇਂ ਗੱਲਾਂ ਹੀ ਨਾਲ ਜੁੜੀਆਂ ਹੋਈਆਂ। ਉਹਦੇ ਤੇ ਕਰਪਸ਼ਨ ਦੀ ਵੀ ਗੁੰਜਾਇਸ਼ ਰਹੇਗੀ ਤੇ ਖੱਜਲ ਖੁਆਰੀ ਵੀ ਹੋਏਗੀ। ਸੋ ਇੱਕ ਮੈਨ ਪਾਵਰ ਵਧਾਉਣੀ, ਉਹਨੂੰ ਪ੍ਰੋਸੈਸ ਤੇਜ਼ ਕਰਨਾ ਚਾਹੀਦਾ ਹੈ। ਦੂਜਾ, ਉਸ ਨੂੰ ਸਟ੍ਰੀਮਲਾਈਨ ਕਰਨ ਵਾਸਤੇ, ਜੇ ਉਹਦੇ ਚ ਕੋਈ ਐਫੀਸ਼ੀਐਂਸੀ ਲਿਆਉਣ ਵਾਸਤੇ ਕੋਈ ਉਹਦੇ ਚ ਆਨਲਾਈਨ ਡਿਜੀਟਲ ਕੋਈ ਕੰਮ ਕਰਨ ਦੀ ਜ਼ਰੂਰਤ ਹੈ, ਜਾਂ ਉਹਨੂੰ ਐਫੀਸ਼ੀਐਂਸੀ ਕਿਵੇਂ ਲਿਆ, ਇੱਕ ਬੰਦਾ ਜ਼ਿਆਦਾ ਕੰਮ ਕਿਵੇਂ ਕਰ ਸਕਦਾ ਹੈ, ਉਹ ਵੀ ਤਰੀਕੇ ਲੱਭਣੇ ਚਾਹੀਦੇ ਆ। ਉਹਦੇ ਚ ਵੀ ਜਿਹੜਾ ਫੋਕਸ ਕਰਨਾ ਚਾਹੀਦਾ, ਮੈਨੂੰ ਇਹ ਲੱਗਦਾ। ਮਤਲਬ ਕੁੱਲ ਮਿਲਾ ਕੇ ਗੱਲ ਇਹ ਜੀ, ਜਿਹੜਾ ਇਹ ਇਹਨਾਂ ਦਾ ਲਾਂਭਾ ਹੈ। ਜੀ ਕੰਪਲੀਟ ਕਰ ਲਓ। ਲਾਂਭਾ ਹੈ ਕਿ ਉਹ ਜਿਹੜੇ ਐਲਾਨ ਹੋ ਜਾਂਦੇ ਨੇ ਉਹ ਇੰਪਲੀਮੈਂਟ ਨਹੀਂ ਹੁੰਦੇ। ਉਸ ਨਾ ਇਹ ਪਾਸੀ ਹੋਰਾਂ ਨੂੰ ਵੀ, ਜਾਂ ਇਹਨਾਂ ਦੀ ਸਰਕਾਰ ਨੂੰ, ਜਾਂ ਭਗਵੰਤ ਮਾਨ ਹੋਣਾ ਨੂੰ ਚਾਹੀਦਾ ਹੈ ਇਹ ਇਹਨਾਂ ਦਾ ਜਿਹੜਾ ਇਸ ਦਾ ਦੂਰ ਕਰਨਾ ਚਾਹੀਦਾ ਉਹਨਾਂ ਨੂੰ, ਕਿ ਉਹ ਜਿਹੜੇ ਨੋਟੀਫਿਕੇਸ਼ਨ ਹੈ ਜਾਂ ਐਲਾਨ ਕੀਤੇ ਉਹਨਾਂ ਨੂੰ ਤੁਰੰਤ ਨੋਟੀਫਾਈ ਕਰਨ, ਤਾਂ ਕਿ ਉਹ ਕੰਮ ਤੇ ਵੀ ਅਸਰ ਪੋਜ਼ਿਟਿਵ ਪਏਗਾ ਤੇ ਇਹਨਾਂ ਕੋਲ ਵੀ ਇਹ ਨਹੀਂ ਰਹੇਗਾ ਕਿ ਅਸੀਂ ਇਸ ਗੱਲ ਤੇ ਅਸੀਂ ਇਤਰਾਜ਼ ਆ, ਜਾਂ ਇਹਨਾਂ ਨੂੰ ਲਾਂਭਾ ਰਹੇਗਾ, ਜਾਂ ਇਹਨਾਂ ਦੇ ਇਸ ਗੱਲ ਤੇ ਹੜਤਾਲ ਕਰ ਰਹੇ ਆ ਸਿਰਫ ਇਹ ਕਿ ਐਲਾਨ ਨਹੀਂ ਲਾਗੂ ਹੋਏ। ਸੋ ਉਹ ਵੀ ਉਹਨਾਂ ਨੂੰ ਕਰਨੇ ਚਾਹੀਦੇ। ਇਹਨਾਂ ਨੂੰ ਵੈਸੇ ਮੈਂ ਕਹਿੰਦਾ ਇਹ ਜਿਹੜੀ ਹੜਤਾਲ ਹੈ ਜਾਂ ਪੈਨ ਡਾਊਨ ਕੋਈ ਵੀ ਹੈ, ਇਸ ਨਾਲ ਮਾਹੌਲ ਤਾਂ ਖਰਾਬ, ਟੈਂਸ ਹੁੰਦਾ ਹੀ ਹੈ ਨਾ। ਸਰਕਾਰ ਨੂੰ ਮੈਨੂੰ ਲੱਗਦਾ ਕਿ ਇਹ ਕਿਸੇ ਨਾ ਤਰ੍ਹਾਂ ਮਿਊਚੁਅਲੀ ਬੈਠ ਕੇ ਨਿਬੇੜਾ ਵੀ ਕਰ ਲੈਣਾ ਚਾਹੀਦਾ ਇਹਦਾ। ਠੀਕ ਹੈ ਪਾਸੀ ਜੀ, ਸਮਾਂ ਆਪਣੇ ਕੋਲ ਬਹੁਤ ਘੱਟ ਹੈ, ਬਹੁਤ ਟੂ ਦਾ ਪੁਆਇੰਟ ਪਲੀਜ਼ ਗੱਲ ਕਰਿਓ। ਮੈਂ ਸਾਰੇ ਮਹਿਮਾਨਾਂ ਨੂੰ ਰਿਕੁਐਸਟ ਕਰਾਂਗਾ। ਪਾਸੀ ਜੀ ਦੇਖੋ, ਬਦਲਵੇਂ ਪ੍ਰਬੰਧ ਤੁਹਾਨੂੰ ਦੇਣੇ ਪੈਣਗੇ। ਤੁਸੀਂ ਕਹੋਗੇ ਪਿਛਲੇ 20 ਸਾਲ ਚ ਭਰਤੀ ਨਹੀਂ ਹੋਈ, ਪਿਛਲੇ 40 ਸਾਲ ਚ ਪੋਸਟਾਂ ਨਹੀਂ ਵਧੀਆਂ, ਪਰ ਲੋਕਾਂ ਨੇ ਵੋਟਾਂ ਤੁਹਾਨੂੰ ਪਾਈਆਂ, ਉਹੀ ਹੱਲ ਚਾਹੁੰਦੇ ਨੇ ਕਿ ਜੇ ਉਹਨਾਂ ਦੀ ਦਿੱਕਤ ਪਰੇਸ਼ਾਨੀ ਹੈ ਤਾਂ ਦੂਰ ਤੁਸੀਂ ਉਹ ਕਰਨੀ ਹੈ। ਉਹ ਕਿਵੇਂ ਕਰੋਗੇ ਤੁਸੀਂ ਦੇਖੋ। ਸ਼ੁਕਲਾ ਜੀ, ਮੈਂ ਇਸੇ ਲਈ ਕਹਿ ਰਿਹਾ, ਸਰਕਾਰ ਅਗਰ ਬਦਲਵੇਂ ਪ੍ਰਬੰਧ ਕਰ ਰਹੀ ਹੈ ਤਾਂ ਹੀ ਤਾਂ ਰਿਟਾਇਰਡ ਪਟਵਾਰੀਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਰਿਟਾਇਰਡ ਪਟਵਾਰੀ ਤਾਂ ਹੜਤਾਲ ਤੇ ਗਏ ਨਹੀਂ, ਟ੍ਰੇਨਿਸ ਤਾਂ ਹੜਤਾਲ ਤੇ ਗਏ ਨਹੀਂ। ਅਗਰ ਇਹ ਕਲਮ ਛੋੜ ਹੜਤਾਲ ਦੀ ਬਜਾਏ ਸਰਕਾਰ ਨਾਲ ਮਿਲ ਕੇ ਰਿਸ਼ਵਤ ਛੋੜ ਅਭਿਆਨ ਚਲਾਉਂਦੇ ਤਾਂ ਜ਼ਿਆਦਾ ਵਧੀਆ ਸੀ। ਔਰ ਤੀਸਰੀ ਚੀਜ਼ ਮੈਂ ਕਹਿਣਾ ਚਾਹੁੰਦਾ, ਮੈਂ ਇਹ ਨਹੀਂ ਕਹਿ ਰਿਹਾ ਕਿ ਜਿਹੜੇ ਸਾਡੇ ਬੁਲਾਰੇ ਬੈਠੇ ਆ ਬਲਰਾਜ ਜੀ, ਕਿ ਇਹ ਉਸ ਦੇ ਵਿੱਚ ਹੋਣਗੇ, ਪਰ ਕਈ ਐਸੀ ਐਗਜ਼ਾਮਪਲਾਂ ਵੀ ਆਈਆਂ ਕਿ 55 ਪ੍ਰਾਪਰਟੀਜ਼ ਨਿਕਲ ਰਹੀਆਂ। ਚੌਥੀ ਚੀਜ਼ ਮੈਂ ਅਹਿਮ ਚੀਜ਼ ਕਹਿੰਦੇ ਜਥੇਬੰਦੀ ਨਾਲ ਨਹੀਂ ਸੀ, ਕਹਿੰਦੇ ਜਥੇਬੰਦੀ ਨਾਲ ਸਟੈਂਡ ਨਹੀਂ ਕਰਦੀ ਨਾ, ਜਿਨ੍ਹਾਂ ਦੇ ਉੱਪਰ ਕਰਪਸ਼ਨ ਦੇ ਚਾਰजेस ਨੇ ਕਾਰਵਾਈ ਕਰੋ। ਮੈਂ ਇੱਕ ਚੀਜ਼ ਦੱਸਣਾ ਚਾਹ ਰਿਹਾ, ਇਹਨਾਂ ਨੇ ਕਿਹਾ ਕਿ ਅਸੀਂ ਭਗਵੰਤ ਮਾਨ ਜੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, 5 ਜੁਲਾਈ ਦਾ ਜ਼ਿਕਰ ਕੀਤਾ, 19 ਜੁਲਾਈ ਦਾ ਜ਼ਿਕਰ ਕੀਤਾ, ਅਗਸਤ ਦਾ ਜ਼ਿਕਰ ਕੀਤਾ। ਤਾਂ ਮੈਂ ਇਹਨਾਂ ਨੂੰ ਦੱਸਣਾ ਚਾਹਨਾ, ਜੁਲਾਈ ਦੇ ਵਿੱਚ ਪਾਣੀ ਦੀ ਕੀ ਹਾਲਤ ਸੀ ਪੰਜਾਬ ਦੇ ਵਿੱਚ, ਅਗਸਤ ਦੇ ਵਿੱਚ ਕਿਆ ਸੀ, ਤੁਸੀਂ ਕਿਆ ਉਸ ਮੌਕੇ ਨੂੰ ਦੇਖ ਰਹੇ ਸੀ? ਮੈਂ ਤਾਂ ਬਾਰ-ਬਾਰ ਕਹਿ ਰਿਹਾ, ਇਹ ਹੜਤਾਲ ਸਿਰਫ ਸਰਕਾਰ ਦੇ ਖਿਲਾਫ ਨਹੀਂ ਹੈ, ਇਹ ਹੜਤਾਲ ਕਿਸਾਨਾਂ ਦੇ ਵੀ ਖਿਲਾਫ ਹੈ, ਇਹ ਹੜਤਾਲ ਆਮ ਜਨਤਾ ਦੇ ਵੀ ਖਿਲਾਫ ਮੈਂ ਮੰਨੂਗਾ। ਕਾਰਨ ਕੀ ਹੈ? ਅੱਜ ਹੀ ਦਾ ਸਰਕਲ ਨਹੀਂ ਵਧੇ, ਅੱਜ ਹੀ ਦਾ ਪਿੰਡ ਨਹੀਂ ਵਧੇ, ਸਾਡੀ ਸਰਕਾਰ ਦਾ ਕੋਈ ਪਿੰਡ ਨਹੀਂ ਵਧਾਏਗਾ। ਅਸੀਂ ਤਾਂ ਸੁਵਿਧਾ ਦੇ ਨਾਲ ਇਹਨਾਂ ਦੀ ਹਰ ਗੱਲ ਸੁਣਨ ਨੂੰ ਤਿਆਰ ਸੀ। ਸੁਣੋ ਕੀ ਕਹਿੰਦੇ ਬਲਰਾਜ ਜੀ ਤੋਂ ਜਵਾਬ ਲਈਏ ਨਾ, ਛੋਟਾ ਰੱਖਿਓ ਸਰ, ਮੈਂ ਤੁਹਾਡੇ ਕੋਲ ਵਾਪਸ ਆ ਜਾਊਂਗਾ, ਜਵਾਬ ਲੈ ਲਈਏ ਇੱਕ ਵਾਰੀ ਬਲਰਾਜ ਜੀ ਤੋਂ। ਬਲਰਾਜ ਜੀ, ਇਹ ਬਿਲਕੁਲ ਇਹ ਗੱਲ ਗਲਤ ਹੋ ਰਹੀ ਹੈ ਕਿ ਕਿਸਾਨਾਂ ਦੇ ਖਿਲਾਫ ਹੜਤਾਲ ਆ। ਨਹੀਂ, ਤੁਸੀਂ ਮੌਕੇ ਦੀ ਨਜ਼ਾਕਤ ਨੂੰ ਨਹੀਂ ਦੇਖਿਆ, ਤੁਸੀਂ ਮੌਕੇ ਦੀ ਨਜ਼ਾਕਤ ਨੂੰ ਨਹੀਂ ਦੇਖਿਆ ਕਿ ਜੇ ਜੁਲਾਈ ਦੇ ਵਿੱਚ ਤੁਸੀਂ ਮੀਟਿੰਗਾਂ ਕਰਨੀਆਂ ਚਾਹੁੰਦੇ ਸੀ ਤਾਂ ਜੁਲਾਈ ਦੇ ਵਿੱਚ ਕੀ ਹਾਲ ਸੀ, ਪੰਜਾਬ ਦੇ ਵਿੱਚ ਅਗਸਤ ਕੀ ਹਾਲ ਸੀ। ਸਰਕਾਰ ਕਹਿ ਰਹੀ ਹੈ ਕਿ ਤੁਸੀਂ ਉਹ ਮੌਕਾ ਨਹੀਂ ਦੇਖਿਆ। ਸਰ ਮੈਂ ਕਲੀਅਰ ਕਰਨਾ ਚਾਹਣਾਗਾ, 19 ਤਰੀਕ ਨੂੰ ਜਿਸ ਦਿਨ ਧੂਰੀ ਮੁਕਾਮ ਤੇ ਅਸੀਂ ਰੈਲੀ ਰੱਖੀ ਸੀ, ਉਸ ਦਿਨ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਪ੍ਰਭਾਵਿਤ 7 ਜ਼ਿਲ੍ਹੇ ਸੀ, ਉਹਨਾਂ ਜ਼ਿਲ੍ਹਿਆਂ ਦਾ ਕੋਈ ਵੀ ਪਟਵਾਰੀ ਅਸੀਂ ਉਸ ਦਿਨ ਰੈਲੀ ਤੇ ਨਹੀਂ ਸੱਦਾ ਦਿੱਤਾ। ਉਸ ਦਿਨ ਵੀ ਉਹ ਪਟਵਾਰੀ ਹੜ੍ਹਾਂ ਦਾ ਕੰਮ ਉਸੇ ਤਰ੍ਹਾਂ ਹੀ ਕਰ ਰਹੇ ਸੀ। ਸੀਐਮ ਸਾਹਿਬ ਨੇ ਤਾਂ ਖੁਦ 15 ਅਗਸਤ ਤੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਜਿਹੜੇ ਪਟਵਾਰੀਆਂ ਨੇ ਕੰਮ ਕੀਤਾ ਉਹਨਾਂ ਨੂੰ ਸ਼ਲਾਘਾਯੋਗ ਪੱਤਰ ਦਿੱਤੇ ਨੇ। ਕੀ ਉਹਨਾਂ ਨੇ ਜੇ ਕੰਮ ਕੀਤਾ ਫਿਰ ਹੀ ਉਹ ਸ਼ਲਾਘਾਯੋਗ ਪੱਤਰ ਮਿਲੇ ਨੇ? ਅਸੀਂ ਬਾਰ-ਬਾਰ ਮੀਟਿੰਗ ਦਾ ਸਮਾਂ ਮੰਗਿਆ, ਪਰੰਤੂ ਬਾਰ-ਬਾਰ ਪ੍ਰਸ਼ਾਸਨ ਵੱਲੋਂ ਮੀਟਿੰਗਾਂ ਮੁਲਤਵੀ ਕੀਤੀਆਂ ਗਈਆਂ। ਅਸੀਂ ਤਾਂ ਹੁਣ ਵੀ ਸਵਾਗਤ ਕਰਦੇ ਹਾਂ ਕਿ ਟੇਬਲ ਟਾਕ ਤੇ ਆਓ, ਜੋ ਪ੍ਰੋਮਿਸ ਅੱਜ ਕੀਤਾ ਗਿਆ ਹੈਗਾ ਉਹਨਾਂ ਦਾ ਸਾਨੂੰ ਲਿਖਤੀ ਉਹਨਾਂ ਦਾ ਨੋਟੀਫਿਕੇਸ਼ਨ ਦਿਖਾਓ, ਜਾਂ ਕਿ ਅਸੀਂ ਅਹਿਮ ਦੇ ਵਿੱਚ ਰਹਿ ਜਾਈਏ। ਇਸ ਤਰ੍ਹਾਂ ਭੁਲੇਖੇ ਵਿੱਚ ਰੱਖੇ ਜਾਣ ਬੱਚੇ। ਇਸ ਤਰ੍ਹਾਂ 2022 ਦੇ ਵਿੱਚ ਸਭ ਨੇ ਅਨਾਉਂਸ ਕੀਤਾ ਸੀ ਕਿ ਮਤਲਬ ਤੁਹਾਡੀ ਹੁਣ ਤੁਹਾਡੀ ਮੰਗ ਬਲਰਾਜ ਜੀ, ਜੋ ਮੈਂ ਸਮਝ ਪਾ ਰਿਹਾ, ਦਰਸ਼ਕ ਵੀ ਸਮਝ ਪਾ ਰਹੇ ਹੋਣਗੇ, ਤੁਹਾਡੀ ਮੰਗ ਹੁਣ ਇਹ ਹੈ ਕਿ ਜਿਹੜੇ ਐਲਾਨ ਕਰ ਦਿੱਤੇ ਉਹਨਾਂ ਨੂੰ ਲਾਗੂ ਕਰੋ। ਬਿਲਕੁਲ ਜੀ, ਉਹਨਾਂ ਨੂੰ ਲਾਗੂ ਕੀਤਾ ਜਾਵੇ। ਸਾਡਾ ਹੜਤਾਲ ਕਰਨਾ ਜਾਂ ਸਾਡਾ ਵਾਧੂ ਸਰਕਲਾਂ ਦਾ ਕੰਮ ਛੱਡਣਾ ਕੋਈ ਸ਼ੌਂਕ ਨਹੀਂ ਜੀ, ਸਾਡੀ ਮਜਬੂਰੀ ਸਮਝੀ ਜਾਵੇ। 20 ਪਿੰਡਾਂ ਦਾ ਜਦੋਂ ਸਾਡੇ ਤੇ ਬੋਝ ਪਾਇਆ ਗਿਆ ਤੇ ਉੱਪਰ ਦੀ ਅਸਮਾਂ ਵਰਗੇ ਐਕਟ ਲਾਏ ਜਾਂਦੇ ਨੇ ਜੀ। ਨਹੀਂ, ਫਿਰ ਤੁਹਾਡਾ ਅਗਲਾ ਐਕਸ਼ਨ ਪਲਾਨ ਕੀ ਹੈ ਉਹ ਵੀ ਦੱਸ ਦਿਓ ਨਾ, ਉਹ ਵੀ ਲੋਕ ਜਾਣਨਾ ਚਾਹੁੰਦੇ ਨੇ। ਕਿੱਦਾਂ ਸਰ? ਅਗਲਾ ਤੁਹਾਡਾ ਕਦਮ ਕੀ ਹੋਏਗਾ? ਗੱਲਬਾਤ ਤਾਂ ਅਜੇ ਕੋਈ ਹੁੰਦੀ ਹੋਈ ਫਿਲਹਾਲ ਨਜ਼ਰ ਨਹੀਂ ਆ ਰਹੀ। ਜਥੇਬੰਦੀ ਦੀ ਲੁਧਿਆਣਾ ਮੁਕਾਮ ਤੇ ਮੀਟਿੰਗ ਰੱਖੀ ਗਈ ਹੈ ਜੀ 10 ਤਰੀਕ ਨੂੰ ਜੀ।
ਜਿੰਨਾ ਜੋ ਫੈਸਲਾ ਹੋਊਗਾ, ਜਿੰਨਾ ਚਿਰ ਸਾਨੂੰ ਉਹਦਾ ਲਿਖਤੀ ਕੋਈ ਪੱਤਰ ਨਹੀਂ ਜਾਰੀ ਹੁੰਦੇ, ਪੱਤੇ ਸਾਡੇ ਨਹੀਂ ਵਧਾਏ ਜਾਂਦੇ, ਜਿਹੜਾ ਸਾਨੂੰ ਕੋਈ ਸਹਾਇਕ ਪਟਵਾਰੀਆਂ ਦੀ ਪਰਮਿਸ਼ਨ ਵਾਧੂ ਜਿੱਥੇ ਬੋਝ ਆ ਉਹ ਨਹੀਂ ਦਿੱਤੀ ਜਾਂਦੀ, ਜਾਂ ਜਿਹੜਾ ਅੱਜ ਸੀਐਮ ਨੇ ਅਨਾਉਂਸ ਕੀਤਾ ਉਹਦਾ ਲਿਖਤੀ ਪੱਤਰ ਨਹੀਂ ਜਾਰੀ ਕੀਤਾ ਜਾਂਦਾ, ਉਹਨਾਂ ਚਿਰ ਸਾਡੀ ਜਥੇਬੰਦੀ ਦਾ ਜਿਹੜਾ ਚੱਲ ਰਿਹਾ ਸੰਘਰਸ਼ ਚਾਹੁੰਦੀ ਤੇ ਜਾਰੀ ਰਹੂਗਾ। ਸਟ੍ਰਾਈਕ ਕਰੋਗੇ ਤੁਸੀਂ? ਅਗਲਾ ਫੈਸਲਾ ਜਿਹੜਾ ਤੁਸੀਂ ਸਟ੍ਰਾਈਕ ਕਰਨ ਜਾ ਰਹੇ ਹੋ ਮਤਲਬ? ਨਹੀਂ ਸਰ, ਅਸੀਂ ਅੱਜ ਵੀ ਸਟ੍ਰਾਈਕ ਤੇ ਨਹੀਂ, ਅਸੀਂ ਬਾਰ-ਬਾਰ ਕਹਿ ਰਹੇ ਹਾਂ ਤੁਹਾਡੇ ਮਾਧਿਅਮ ਤੋਂ ਸਮਝ ਆ ਰਿਹਾ ਸਰ, ਮੇਰਾ ਐਸਮਾ ਲੱਗ ਜਾਂਦਾ, ਮੈਂ ਉਹੀ ਕਹਿ ਰਿਹਾ ਕਿ ਉਹ ਤਾਂ ਲੋਕਾਂ ਨੂੰ ਸਮਝ ਆ ਰਿਹਾ ਕਿ ਤੁਸੀਂ ਐਡੀਸ਼ਨਲ ਚਾਰਜ ਛੱਡ ਦਿੱਤਾ, ਕੰਮ ਕਰ ਰਹੇ ਹੋ। ਪਾਸੀ ਜੀ। ਹਾਂਜੀ, ਅਸੀਂ ਸਿਰਫ ਜੀ ਦੇਖੋ, ਮੈਂ ਇੱਕ ਚੀਜ਼ ਬੇਨਤੀ ਕਰਨਾ ਚਾਹੂੰਗਾ, ਮੈਂ ਇਹਨਾਂ ਨੂੰ ਇਹੀ ਪੁੱਛਣਾ ਚਾਹ ਰਿਹਾ, ਮੈਂ ਸਾਡੇ ਮਾਨਯੋਗ ਹੈ ਬਲਰਾਜ ਜੀ, ਕਿ ਜਦੋਂ ਤੁਸੀਂ ਕਹਿ ਰਹੇ ਹੋ ਕਿ ਜੁਲਾਈ 'ਚ ਅਸੀਂ 19 ਤਰੀਕ ਨੂੰ ਗੱਲ ਕੀਤੀ ਹੈ, ਤੁਸੀਂ ਖੁਦ ਕਿਹਾ ਕਿ ਸਰਕਾਰ ਨੇ ਉਹਨਾਂ ਨੂੰ ਸਨਮਾਨਿਤ ਕੀਤਾ, ਤਾਂ ਸਨਮਾਨਿਤ ਕੀਤਾ ਤੇ ਉਹਨਾਂ ਨੇ ਕੰਮ ਕੀਤਾ। ਅੱਜ ਵੀ ਭਗਵੰਤ ਮਾਨ ਜੀ ਨੇ ਕੀ ਕਿਹਾ ਕਿ ਕਲਮ ਚਲਾਓ, ਤੁਹਾਨੂੰ ਭੱਤੇ ਮਿਲਣਗੇ, ਔਰ ਜਿਹੜੀ ਤੁਸੀਂ 200 ਰੁਪਏ ਬਸਤਾ ਦੀ ਗੱਲ ਕੀਤੀ ਆ ਭੱਤੇ ਦੀ, ਜਾਂ ਹੋਰ, ਇਹ ਸਾਡੀ ਸਰਕਾਰ ਨੇ ਲਾਗੂ ਨਹੀਂ ਕੀਤਾ, ਅਸੀਂ ਘਟਾਏ ਨਹੀਂ, ਇਹ ਪਿਛਲੇ ਸਮੇਂ ਤੋਂ ਚੱਲੇ ਆ ਰਹੇ ਸੀ। ਜਦੋਂ ਲਗਾਤਾਰ ਪੋਸਟਾਂ ਘਟੀਆਂ ਸੀ, ਤੁਸੀਂ ਸਰਕਾਰ ਚ ਉਸ ਟਾਈਮ ਕੋਈ ਹੁਣ ਮਸਲਾ ਹੱਲ ਹੋਏਗਾ ਕਿਵੇਂ? ਇੱਕ ਡੈਡਲੌਕ ਹੈ ਪਟਵਾਰੀਆਂ ਤੇ ਸਰਕਾਰ ਦੇ ਵਿਚਾਲੇ, ਗੱਲਬਾਤ ਕਰੋ, ਮਸਲਾ ਹੱਲ ਹੋ ਜਾਏ। ਅੱਧੀਆਂ ਗੱਲਾਂ ਤੁਸੀਂ ਮੰਨ ਲਈਆਂ ਨੇ, ਅੱਧੀਆਂ ਤੁਸੀਂ ਮੰਨ ਲਓਗੇ ਨਹੀਂ ਹੈ ਗੌਰਵ ਜੀ, ਅਸੀਂ ਤਾਂ ਇਹ ਚਾਹ ਰਹੇ ਹਾਂ ਕਿ ਫਿਲਹਾਲ ਜਿਹੜਾ ਕਿਸਾਨੀ ਦੀ ਮਦਦ ਕੀਤੀ ਜਾਏ, ਗਰਦੌਰੀਆਂ ਦਾ ਕੰਮ ਕੰਪਲੀਟ ਕੀਤਾ ਜਾਏ, ਇਸੇ ਲਈ ਮੈਂ ਉਹੀ ਕਹਿ ਰਿਹਾ ਨਾ ਕਿ ਕਿਸਾਨਾਂ ਤੋਂ ਤੁਸੀਂ ਜ਼ਿਕਰ ਕਰ ਰਹੇ ਹੋ, ਤੁਸੀਂ ਗੱਲਬਾਤ ਕਰ ਲਓ, ਗੱਲ ਖਤਮ ਹੋ ਜਾਵੇ। ਉਹਨਾਂ ਨੂੰ ਸਟਾਫ ਵੀ ਦਿੱਤਾ ਜੀ, ਤਾਂ ਕਿ ਜਿਹੜਾ ਪੰਜਾਬ ਦੇ ਜਿਹੜਾ ਜ਼ਰੂਰੀ ਕੰਮ ਹੈ ਲੋਕਾਂ ਦਾ, ਕਿਸਾਨਾਂ ਦਾ, ਉਹਨੂੰ ਪੂਰਾ ਕੀਤਾ ਜਾ ਸਕੇ। ਇਹ ਵੀ ਬੈਠ ਕੇ ਕੋਈ ਜਿਹੜਾ ਹੈ ਪ੍ਰੈਜੈਂਟੇਸ਼ਨ, ਜਿਹੜਾ ਥੋੜਾ ਜਿਹਾ ਜਿਹੜਾ ਐਮਰਜੈਂਸੀ ਦਾ ਸਮਾਂ ਹੈ, ਉਹਨੂੰ ਤਾਂ ਨਿਕਲਣਾ ਦੇਣਾ ਚਾਹੀਦਾ ਸੀਗਾ। ਠੀਕ ਹੈ, ਚਲੋ ਅਸੀਂ ਤਾਂ ਇਹੀ ਕਹਿ ਰਹੇ ਹਾਂ। ਬਲਰਾਜ ਜੀ, ਇੱਕ ਛੋਟੀ ਜਿਹੀ ਸਟੇਟਮੈਂਟ, ਇੱਕ ਬਹੁਤ ਛੋਟੀ ਜਿਹੀ ਸਟੇਟਮੈਂਟ ਸਰ। ਗੱਲ ਇਹ ਹੈ ਕਿ ਜਦੋਂ ਤੁਸੀਂ ਉਸ ਹਾਲਾਤ ਦੇ ਵਿੱਚ ਆ ਕੇ ਹੜਤਾਲ ਦੀ ਗੱਲ ਕਰਦੇ ਹੋ, ਸਮਝ ਰਹੇ ਤੁਹਾਡੀ ਗੱਲ ਆ ਗਈ। ਬਲਰਾਜ ਜੀ, ਤੁਸੀਂ ਆਪਣਾ ਬਿਆਨ ਦੇ ਦਿਓ ਸਰ। ਗੱਲ ਇਹ ਹੈ ਕਿ ਤੁਸੀਂ ਬਹੁਤ ਸਾਰੀਆਂ ਜ਼ਿਕਰ ਕਰ ਦਿੱਤਾ, ਪਰ ਤੁਸੀਂ 2 ਮਹੀਨੇ ਟਾਲ ਦੋ ਨਾ। ਫਿਰ ਸਰਕਾਰ ਇਹ ਚਾਹੁੰਦੀ ਹੈ ਕਿ ਤੁਸੀਂ 2 ਮਹੀਨੇ ਟਾਲ ਦੋ, 2-3 ਮਹੀਨੇ ਦਾ ਸਮਾਂ ਦੇਵੋ, ਔਰ ਇਹ ਹੜ ਜਿਹੜੇ ਗੁਰਦਾਵਰੀ ਦਾ ਕੰਮ ਹੈ ਕੰਪਲੀਟ ਹੋ ਜਾਏਗਾ, ਉਸ ਤੋਂ ਬਾਅਦ ਤੁਸੀਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਲਿਓ। ਬਿਲਕੁਲ ਨਹੀਂ ਗੌਰਵ ਜੀ, ਅਸੀਂ ਹੜਾਂ ਦਾ ਕੋਈ ਕੰਮ ਨਹੀਂ ਬੰਦ ਕੀਤਾ। ਸਾਡੇ ਪਟਵਾਰੀ, ਅੱਜ ਤੁਸੀਂ ਸਮਾਣਾ ਤਹਿਸੀਲ ਦੇ ਵਿੱਚ ਜਾ ਕੇ ਦੇਖੋ, ਪਟਿਆਲਾ ਜ਼ਿਲ੍ਹੇ ਦੇ ਵਿੱਚ ਸਾਡੇ ਪਟਵਾਰੀ ਸਵੇਰ ਤੋਂ ਲੈ ਕੇ ਦਿਨ ਰਾਤ ਗਰਦਾਵਰੀਆਂ ਦਾ ਕੰਮ ਕਰ ਰਹੇ ਆ। ਜੇ ਖਰਾਬੇ ਦੇ ਮੁਆਵਜ਼ੇ ਵੰਡੇ ਜਾ ਰਹੇ ਨੇ, ਕੌਣ ਤਿਆਰ ਕਰਕੇ ਦੇ ਰਿਹਾ? ਇਹ ਕੰਮ ਸਾਡੇ ਹੜਾਂ ਦਾ ਬੰਦ ਕੀਤਾ ਹੁੰਦਾ ਤਾਂ ਫਿਰ ਤਾਂ ਇਹ ਗੱਲ ਪੈ ਰਹੀ ਹੈ ਕਿ ਖਰਾਬੇ ਦੇ ਮੁਆਵਜ਼ੇ ਵੰਡੇ ਗਏ। ਕਿਤੇ ਜੇ ਮੁਆਵਜ਼ੇ ਵੰਡੇ ਗਏ, ਜੇ ਪਟਵਾਰੀਆਂ ਨੇ ਤੁਹਾਨੂੰ ਡਾਟਾ ਤਿਆਰ ਕਰਕੇ ਦਿੱਤਾ, ਚਲੋ ਲਿਸਟਾਂ ਤਿਆਰ ਕੀਤੀਆਂ, ਤਾਂ ਹੀ ਖਰਾਬਾ ਵੰਡੇ ਜਾ ਰਹੇ। ਚਰਚਾ ਦੇ ਵਿੱਚ ਇੱਕ ਚੀਜ਼ ਤਾਂ ਬਹੁਤ ਕਲੀਅਰ ਨਿਕਲ ਕੇ ਆਈ ਹੈ ਕਿ ਤੁਸੀਂ ਆਪਣੇ ਪੁਆਇੰਟ ਗਿਣਵਾ ਰਹੇ ਹੋ, ਸਰਕਾਰ ਦੇ ਨੁਮਾਇੰਦੇ ਆਪਣੇ ਪੁਆਇੰਟ ਗਿਣਵਾ ਰਹੇ ਨੇ, ਆਪਸ ਦੇ ਵਿੱਚ ਮੈਚ ਕੁਝ ਨਹੀਂ ਕਰ ਰਿਹਾ, ਅਲੱਗ-ਅਲੱਗ ਇੱਕ ਟਰੈਕ ਦੇ ਉੱਤੇ ਚੱਲੇ ਜਾ ਰਹੇ ਹੋ। ਹੁਣ ਇਹ ਮਸਲਾ ਹੱਲ ਕਿਵੇਂ ਹੋਏਗਾ ਪਤਾ ਨਹੀਂ। ਮੈਂ ਚਲਦੇ ਇੱਕ ਛੋਟਾ ਜਿਹਾ ਕਮੈਂਟ ਜ਼ਰੂਰ ਬੱਲੀ ਸਰ ਤੋਂ ਲਵਾਂਗਾ। ਸਰ, ਇਹ ਮਸਲਾ ਸੁਲਝੇਗਾ ਜਾਂ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਹੋਰ ਟਕਰਾਅ ਵਾਲੀ ਬਣ ਸਕਦੀ ਹੈ, ਖਾਸ ਤੌਰ ਤੇ 10 ਤਰੀਕ ਦੀ ਮੀਟਿੰਗ ਤੋਂ ਬਾਅਦ? ਸਮਾਂ ਬਹੁਤ ਘੱਟ ਹੈ ਸਰ। ਦੇਖੋ, ਮਸਲਾ ਸੁਲਝਣ ਦਾ ਮੈਨੂੰ ਤਾਂ ਲੱਗਦਾ ਮਸਲਾ ਕੋਈ ਵੱਡਾ ਹੈ ਹੀ ਨਹੀਂ। ਕਿਉਂਕਿ ਜੇ ਸਰਕਾਰ ਕਹਿ ਰਹੀ ਹੈ ਅਸੀਂ ਭਰਤੀ ਹੋਰ ਕਰ ਰਹੇ ਹਾਂ, ਸਰਕਾਰ ਨੇ ਐਲਾਨ ਕਰਤਾ ਹੈ ਜੀ, ਤੇ ਇਹਨਾਂ ਨੂੰ ਵੀ ਵੇਟ ਕਰ ਲੈਣੀ ਚਾਹੀਦੀ ਹੈ ਕਿ ਥੋੜੇ ਦਿਨ ਜ਼ਿਆਦਾ ਆਪਸ ਵਿੱਚ ਗੱਲਬਾਤ ਵੀ ਕਰ ਲੈਣੀ, ਤੇ ਹਫਤਾ ਵੇਟ ਕਰ ਲਓ ਵੀ ਨੋਟੀਫਿਕੇਸ਼ਨ ਹੁੰਦਾ ਕਿ ਨਹੀਂ ਹੁੰਦਾ। ਇੱਕ ਸਵਾਲ ਮੇਰੇ ਮਨ 'ਚ ਹੈਗਾ, ਮੈਨੂੰ ਨਹੀਂ ਪਤਾ ਕਿ ਜਿਹੜਾ ਸੀਐਮ ਭਗਵੰਤ ਮਾਨ ਹੋਰਾਂ ਨੇ ਐਲਾਨ ਕੀਤਾ ਅੱਜ ਕਿ ਉਹ 18,000 ਮਿਲੇਗਾ 5,000 ਦੀ, ਤਾਂ ਕਿ ਜਿਹੜੇ ਇਸ ਵੇਲੇ ਹੈਗੇ ਜਿਹੜੇ ਪਹਿਲਾਂ ਲਾਂਭੇ ਦੇ ਰਹੇ ਸੀਗੇ ਵੀ ਸਾਨੂੰ 160 ਰੁਪਏ ਦਿਹਾੜੀ, ਸਾਨੂੰ 5,000 ਮਿਲਦਾ ਹੈ, ਕਿ ਉਹਨਾਂ ਨੂੰ ਵੀ ਮਿਲੇਗਾ ਕਿ ਅਗਲਿਆਂ ਨੂੰ ਮਿਲੇਗਾ? ਇਹ ਸਵਾਲ ਪਾਸੀ ਹੋਰਾਂ ਨੂੰ ਸ਼ਾਇਦ ਪਤਾ ਹੋਵੇ, ਪਤਾ ਨਹੀਂ, ਇਹਨਾਂ ਨੂੰ ਮਿਲੇਗਾ। ਸੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਇਸ ਗੱਲ ਦੀ ਵੇਟ ਕਰ ਲੈਣੀ ਚਾਹੀਦੀ ਹੈ ਕਿ ਨੋਟੀਫਿਕੇਸ਼ਨ ਹੁੰਦਾ ਹੈ ਛੇਤੀ, ਤੇ ਜੇ ਸਰਕਾਰ ਨੂੰ ਨੋਟੀਫਿਕੇਸ਼ਨ ਕਰਕੇ ਤਾਂ ਜੇ ਪਾਸੀ ਜੀ ਤੋਂ ਲੈ ਲਵਾਂ। ਬੱਲੀ ਜੀ, ਤੁਹਾਡਾ ਬਹੁਤ ਇੰਪੋਰਟੈਂਟ ਪੁਆਇੰਟ ਹੈ, ਤਾਂ ਜ਼ਾਹਰ ਹੋ ਹੀ ਰਹੀ ਹੈ। ਪਾਸੀ ਜੀ, ਪੁਰਾਣਿਆਂ ਦੇ ਉੱਪਰ ਵੀ ਹੈ ਕਿ ਨਵੇਂ ਤੇ ਇੰਪਲੀਮੈਂਟ ਹੋਏਗਾ? ਬਿਲਕੁਲ ਸਾਡੀ ਸਰਕਾਰ ਦੀ ਕਲੀਅਰ ਮਨਸ਼ਾ ਹੈ ਜੀ, ਬਿਲਕੁਲ ਬਹੁਤ ਜਲਦ ਇਹ ਨੋਟੀਫਿਕੇਸ਼ਨ ਹੋਣ ਜਾ ਰਿਹਾ, ਤਾਂ ਨੋਟੀਫਿਕੇਸ਼ਨ ਨਵਿਆਂ ਤੇ ਕਿ ਪੁਰਾਣਿਆਂ ਤੇ ਮਿਲੇਗਾ, ਨਵਿਆਂ ਤੇ ਪੁਰਾਣਿਆਂ ਦੇ ਦੋਰੇ ਤੇ ਹੋਏਗਾ। ਕਿ ਜਿੱਦਾਂ ਮੰਨ ਲਓ 1% ਮੈਂ ਤੁਹਾਨੂੰ ਇੱਕ ਦੱਸ ਰਿਹਾ ਵੀ 1-2-4 ਦਿਨਾਂ ਦੇ ਵਿੱਚ ਹੀ ਨੋਟੀਫਿਕੇਸ਼ਨ ਹੋ ਰਿਹਾ ਹੈ, ਉਹ ਸਾਰਾ ਕੁਝ ਤੇ ਔਰ ਉਸ ਤੋਂ ਸਭ ਨੂੰ ਹੀ ਮਿਲੇਗਾ ਜੋ ਟ੍ਰੇਨਿੰਗ ਦੇ ਵਿੱਚ ਹੈ। ਠੀਕ ਹੈ ਬਲਰਾਜ ਜੀ, ਫਾਈਨਲ ਸਟੇਟਮੈਂਟ। ਜਦੋਂ ਹੋ ਗਿਆ, ਇੰਤਜ਼ਾਰ ਤਾਂ ਕਰਨਾ ਚਾਹੀਦਾ ਨਾ ਸਰ। ਤੁਸੀਂ 10 ਤਰੀਕ ਨੂੰ ਫਿਰ ਮੀਟਿੰਗ ਸੱਦੀ ਹੋਈ ਹੈ, ਤੁਹਾਨੂੰ ਨਹੀਂ ਲੱਗਦਾ ਕਿ ਉਹਨੂੰ ਇੱਕ ਹਫ਼ਤਾ 10 ਦਿਨ ਦੇ ਲਈ ਮੁਲਤਵੀ ਕਰ ਦਿਓ ਵੀ ਠੀਕ ਹੈ, ਇੱਕ ਵਾਰੀ ਸੀਐਮ ਨੇ ਬਿਲਕੁਲ ਜਨਤਕ ਤੌਰ ਤੇ ਅਨਾਉਂਸਮੈਂਟ ਕੀਤੀ ਹੈ, 2-4-5 ਦਿਨ ਵੇਟ ਕਰ ਲਓ? ਅਸੀਂ ਸਰ ਜੁਲਾਈ 2022 ਤੋਂ ਹੀ ਇੰਤਜ਼ਾਰ ਕਰ ਰਹੇ ਹਾਂ। ਨਹੀਂ, ਹੁਣ ਤਾਂ ਸੀਐਮ ਨੇ ਅਨਾਉਂਸਮੈਂਟ ਕਰਤੀ ਨਾ ਸਰ, ਉਸ ਤੋਂ ਬਾਅਦ ਦੀ ਗੱਲ ਕਰ ਰਿਹਾ ਮੈਂ, ਔਰ ਜਨਤਕ ਤੌਰ ਤੇ ਅਨਾਉਂਸਮੈਂਟ ਕਰ ਦਿੱਤੀ ਆ। 2022 ਦੇ ਵਿੱਚ ਹੋਈ ਸੀ। ਸਾਡਾ ਉਹੀ ਸਵਾਲ ਆ ਕਿ ਉਹ 1090 ਬੱਚੇ
ਜਿਨ੍ਹਾਂ ਦੇ ਵਿੱਚੋਂ 350 ਬੱਚੇ ਛੱਡ ਕੇ ਅੱਜ ਜਾ ਚੁੱਕੇ ਨੇ, ਉਹ ਨੋਟੀਫਿਕੇਸ਼ਨ ਦੀ ਵੇਟ ਕਰਦੇ ਕਰਦੇ ਕੀ ਉਹਨਾਂ ਤੇ ਲਾਗੂ ਹੋਏਗਾ? ਮੈਂ ਉਹੀ ਕਹਿੰਦਾ ਕਿ ਤੁਸੀਂ 10 ਦਿਨ ਵੇਟ ਕਰ ਲਓ। ਬੱਲੀ ਜੀ ਵੀ ਉਹੀ, ਉਹ ਤਾਂ ਨਿਰਪੱਖ ਨੇ ਨਾ ਅੱਜ ਆਪਣੇ ਨਾਲ ਜਿਹੜੇ ਜੁੜੇ ਹੋਏ ਨੇ, ਉਹ ਕਿਸੇ ਧਿਰ ਦੇ ਨਹੀਂ ਹੈਗੇ। ਉਹ ਤਾਂ ਕਹਿ ਰਹੇ ਕਿ ਠੀਕ ਹੈ, ਇਹਨਾਂ ਨੂੰ ਵੇਟ ਕਰ ਲੈਣੀ ਚਾਹੀਦੀ ਹੈ, 5-10 ਦਿਨ ਵੇਟ ਕਰ ਲਓ। 10 ਤਰੀਕ ਨੂੰ ਮੀਟਿੰਗ ਸੱਦੀ ਹੈ, ਤੁਸੀਂ 20 ਤਰੀਕ ਤੱਕ ਵੇਟ ਕਰ ਲਓ, ਪਤਾ ਲੱਗ ਜਾਏਗਾ 15 ਦਿਨ ਚ ਹੁੰਦਾ ਕਿ ਨਹੀਂ ਹੁੰਦਾ। ਕੀਤੀ ਹੀ ਨਹੀਂ ਗਈ, ਅਸੀਂ ਵੇਟ ਕਰ ਰਹੇ ਹਾਂ। ਤੁਸੀਂ ਕਿੰਨੇ ਪਿੰਡਾਂ ਦਾ ਕੰਮ ਛੱਡ ਚੁੱਕੇ ਹੋ? ਚਲੋ ਠੀਕ ਹੈ, ਮੇਰੇ ਕੋਲ ਸਮਾਂ ਇੰਨਾ ਹੀ ਸੀ, ਮੈਂ ਵਿਚਾਲੇ ਰੋਕਣਾ ਚਾਹੂੰਗਾ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਬੱਲੀ ਜੀ ਤੁਹਾਡਾ ਵੀ, ਬਲਰਾਜ ਜੀ ਤੁਹਾਡਾ ਵੀ ਧੰਨਵਾਦ, ਔਰ ਪਾਸੀ ਜੀ ਤੁਹਾਡਾ ਵੀ ਧੰਨਵਾਦ।